ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 109 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਜਿਸ ਸੰਸਾਰ ਦੇ ਵਿੱਚ ਅਸੀਂ ਰਹਿੰਦੇ ਹਾਂ ਔਰ ਜਿਹੜਾ ਇਹ ਜੀਵਨ ਸਾਨੂੰ ਜਿਉਣ ਵਾਸਤੇ ਮਿਲਿਆ ਹੈ, ਇਹ ਸਦੀਵੀ ਨਹੀਂ, ਇਹ ਸਮਾਂ ਪਾ ਕੇ ਬਿਨਸ ਜਾਣ ਵਾਲਾ ਹੈ। ਸਮਾਂ ਪਾ ਕੇ ਇਹ ਸੱਚ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਜਿਹੜਾ ਜੀਵਨ ਅਸੀਂ ਜੀ ਰਹੇ ਹਾਂ, ਇਹ ਸਮਾਂ ਪਾ ਕੇ ਝੂਠ ਹੋ ਜਾਏਗਾ। ਕਿਉਂਕਿ ਜਗਤ ਦੀ ਰਚਨਾ ਜਿਹੜੀ ਹੈ ਇਹ ਝੂਠ ਤੇ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਮਹਾਰਾਜ ਕਹਿੰਦੇ ਜੇ ਤੂੰ ਸੋਚੇ ਵੀ ਇਹ ਸੰਸਾਰ ਸਦੀਵੀ ਹੈ, ਸਦਾ ਰਹਿਣ ਵਾਲਾ ਹੈ, ਤੇ ਇਹ ਤੇਰੀ ਗਲਤ ਫਹਿਮੀ ਹੈ, ਕਿਉਂਕਿ ਇਹਨੇ ਇੱਕ ਦਿਨ ਬਿਨਸ ਜਾਣਾ ਹੈ। ਜੇ ਅਸੀਂ ਸੋਚੀਏ ਵੀ ਜਿਹੜਾ ਮੈਨੂੰ ਇਹ ਜਨਮ ਮਿਲਿਆ ਔਰ ਜੀਵਨ ਵਾਸਤੇ ਇਹਦੇ ਵਿੱਚ ਹੀ ਅਸੀਂ ਦੁਨੀਆ ਦੇ ਰੰਗ ਮੰਨਣੇ ਆ, ਪਰ ਇੱਕ ਦਿਨ ਇਹ ਵੀ ਸੱਚ ਝੂਠ ਵਿੱਚ ਬਦਲ ਗਿਆ। ਜਦੋਂ ਬੜੇਪਾ ਆ ਗਿਆ, ਬੜੇਪੇ ਵਿੱਚ ਵੀ ਆ ਕੇ ਮਾਇਆਵੀ ਪਦਾਰਥਾਂ ਦਾ ਮੋਹ ਇੰਨਾ ਪੱਕਾ ਹੋ ਗਿਆ ਕਿ ਇਨਸਾਨ ਸੋਚਦਾ ਹੈ ਕਿ ਇਹ ਸਭ ਕੁਝ ਮੇਰਾ ਹੈ, ਇਹ ਸਭ ਕੁਝ ਮੇਰਾ ਹੈ। ਪਰ ਇੱਕ ਦਿਨ ਇਹ ਵੀ ਝੂਠ ਵਿੱਚ ਬਦਲ ਜਾਂਦਾ ਹੈ ਜਦੋਂ ਇਸ ਸਰੀਰ ਵਿੱਚੋਂ ਆਖਰੀ ਦਮ ਨਿਕਲ ਜਾਂਦਾ ਹੈ। ਆਖਰੀ ਸਵਾਸ ਜਦੋਂ ਨਿਕਲ ਜਾਏ ਤੇ ਸਭ ਕੁਝ ਝੂਠ ਹੋ ਜਾਂਦਾ ਹੈ। ਤੇ ਸਭ ਕਹਿੰਦੇ ਜਿਸ ਦਿਨ ਤੇਰਾ ਆਖਰੀ ਦਮ ਨਿਕਲਿਆ, ਉਸ ਦਿਨ ਫਿਰ ਤੈਨੂੰ ਖਬਰ ਹੀ ਨਹੀਂ ਹੋਏਗੀ ਕਿ ਇਹ ਜਗਤ ਦੀ ਰਚਨਾ ਝੂਠੀ ਹੈ।
ਕਿਉਂਕਿ ਸਮਝਣ ਵਾਸਤੇ ਜਿਹੜਾ ਸਮਾਂ ਮਿਲਿਆ ਸੀ ਜ਼ਿੰਦਗੀ ਦਾ ਉਹ ਮੁੱਕ ਗਿਆ। ਅਸੀਂ ਇਸ ਗੱਲ ਨੂੰ ਜਿਉਂਦਿਆਂ ਜੀ ਸਮਝਣਾ ਹੈ ਔਰ ਸਮਝ ਕੇ ਅਸੀਂ ਉਹ ਦਾਤ ਮੰਗਣੀ ਆ ਜਿਹੜੀ ਦਾਤ ਅਸੀਂ ਮੰਗਣ ਵਾਸਤੇ ਆਏ ਆ। ਜਿਹੜੀਆਂ ਦਾਤਾਂ ਅਸੀਂ ਮੰਗ ਰਹੇ ਹਾਂ, ਜੇ ਸਾਡੀ ਜ਼ਿੰਦਗੀ ਝੂਠ ਹੈ, ਜੀਵਣਾ ਝੂਠ ਹੈ, ਜਗਤ ਦੀ ਰਚਨਾ ਝੂਠ ਹੈ, ਤੇ ਫਿਰ ਅਸੀਂ ਪਦਾਰਥ ਵੀ ਜਿਹੜੇ ਆ ਉਹ ਝੂਠੇ ਹੀ ਮੰਗ ਰਹੇ ਹਾਂ। ਭਾਵ ਜਿਹੜੇ ਸਦਾ ਸਾਡੇ ਕੋਲ ਨਹੀਂ ਰਹਿਣੇ, ਕੁਝ ਸਮੇਂ ਵਾਸਤੇ ਇਹ ਧਨ ਪਦਾਰਥਾਂ ਦਾ ਸੁੱਖ ਮਿਲਦਾ ਹੈ, ਪਰ ਫਿਰ ਸਮਾਂ ਬਦਲ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ। ਜਿਸ ਦਿਨ ਅਸੀਂ ਗੁਰੂ ਸਾਹਿਬ ਜੀ ਦੇ ਦਰ ਤੇ ਆ ਕੇ ਗੁਰਬਾਣੀ ਨੂੰ ਸਮਝਣ ਦਾ ਯਤਨ ਕੀਤਾ, ਭਾਵ ਸ਼ੁਰੂਆਤ ਕੀਤੀ, ਉਦੋਂ ਸਾਨੂੰ ਇਹੀ ਲੱਗਾ ਕਿ ਅਸੀਂ ਗੁਰੂ ਘਰ ਕੇਵਲ ਦੁਨੀਆ ਦੇ ਪਦਾਰਥ ਹੀ ਮੰਗਣੇ ਆ। ਦੁਨੀਆ ਦੇ ਪਦਾਰਥ ਨੂੰ ਮੰਗਣ ਵਾਸਤੇ ਹੀ ਅਸੀਂ ਆਉਣਾ ਹੈ। ਪਰ ਜਿਵੇਂ ਜਿਵੇਂ ਨਾਮ ਦੀ ਰੰਗਤ ਚੜ੍ਹਦੀ ਗਈ, ਜਿਵੇਂ ਜਿਵੇਂ ਗੁਰਬਾਣੀ ਦੀ ਸਮਝ ਆਉਂਦੀ ਗਈ, ਫਿਰ ਇੱਕ ਦਿਨ ਐਸੀ ਅਵਸਥਾ ਆ ਜਾਏਗੀ ਕਿ ਮਾਲਕ ਜੀ, ਜਦੋਂ ਮੈਂ ਤੁਹਾਡੇ ਦਰ ਤੇ ਆਉਣਾ ਸ਼ੁਰੂ ਕੀਤਾ, ਉਦੋਂ ਮੇਰੀ ਹਾਲਤ ਸੀ ਕਿ ਸੇਵਾ ਥੋੜੀ ਮੰਗਣ ਬਹੁਤਾ। ਉਦੋਂ ਸਿਮਰਨ ਘੱਟ ਸੀ, ਨਿਤਨੇਮ ਘੱਟ ਸੀ, ਉਦੋਂ ਸੇਵਾ ਥੋੜੀ ਜਿਹੀ ਹੁੰਦੀ ਸੀ, ਪਰ ਉਹਦੇ ਪਿੱਛੇ ਮੰਗਣਾ ਬਹੁਤ ਵੱਡਾ ਸੀ। ਮੰਗ ਬੜੀ ਵੱਡੀ ਸੀ, ਵੀ ਇਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆ ਵੀ ਮਿਲ ਜਾਏ। ਦੁਨੀਆ ਦੇ ਧਨ ਪਦਾਰਥਾਂ ਦੀ ਬੜੀ ਵੱਡੀ ਇੱਕ ਲਿਸਟ ਸੀ। ਪਰ ਜਿਵੇਂ ਜਿਵੇਂ ਅੰਦਰ ਸ਼ਬਦ ਦਾ ਅਭਿਆਸ ਚੱਲਦਾ ਗਿਆ, ਧਿਆਨ ਰੱਖਿਓ, ਬਦਲਾਵ ਉਹਦੇ ਜੀਵਨ ਵਿੱਚ ਆਏਗਾ ਜਿਹਨੇ ਸ਼ਬਦ ਦਾ ਅਭਿਆਸ ਕੀਤਾ ਹੈ। ਉਹਦੇ ਜੀਵਨ ਵਿੱਚ ਬਦਲਾਵ ਆਏਗਾ ਜਿਹਨੇ ਸ਼ਬਦ ਨੂੰ ਕਮਾਇਆ ਹੈ। ਨਹੀਂ ਤਾਂ ਮਾਫ ਕਰਨਾ, ਸਾਰੀ ਜ਼ਿੰਦਗੀ ਬਾਹਰ ਦੇ ਪਦਾਰਥ ਮੰਗਦਿਆਂ ਹੀ ਲੰਘ ਜਾਂਦੀ ਹੈ। ਹੁਣ ਜਿਹਨੇ ਸ਼ਬਦ ਦਾ ਅਭਿਆਸ ਕੀਤਾ, ਜਿਹੜਾ ਕੁਝ ਸਮਾਂ ਪਹਿਲਾਂ ਦੁਨਿਆਵੀ ਪਦਾਰਥਾਂ ਨੂੰ ਮੰਗਣ ਵਾਸਤੇ ਖਲੋਤਾ ਸੀ, ਜਦੋਂ ਸ਼ਬਦ ਦਾ ਅਭਿਆਸ ਕੀਤਾ, ਹੁਣ ਉਹਦੀ ਮੰਗ ਬਦਲ ਗਈ। ਉਹਨਾਂ ਆਖਿਆ, ਮਹਾਰਾਜ ਜੀ ਮੈਂ ਕਿਆ ਮੰਗੋ, ਮੈਂ ਕੀ ਮੰਗਾ? ਹੁਣ ਮੈਨੂੰ ਸਮਝ ਨਹੀਂ ਆ ਰਹੀ। ਪਰ ਪਹਿਲਾਂ ਕੀ ਸੀ? ਪਹਿਲੇ ਘਰੋਂ ਸਮਝ ਕੇ ਆਇਆ ਸੀ ਵੀ ਅੱਜ ਆ ਦਾਤਾਂ ਮੰਗਣੀਆਂ ਨੇ। ਪਰ ਜਦੋਂ ਹੀ ਸ਼ਬਦ ਦਾ ਅਭਿਆਸ ਕੀਤਾ, ਤੇ ਸ਼ਬਦ ਦੇ ਅਭਿਆਸ ਤੋਂ ਬਾਅਦ ਜਿਹੜੀ ਸੋਚ ਬਦਲ ਗਈ, ਤੇ ਸੋਚ ਜਦੋਂ ਬਦਲੀ, ਤੇ ਹੁਣ ਮੈਂ ਜਦੋਂ ਖਲੋ ਕੇ ਮੰਗਣ ਦੀ ਕੋਸ਼ਿਸ਼ ਕਰਦਾ, ਤੇ ਮੈਨੂੰ ਇਹ ਮਹਿਸੂਸ ਹੁੰਦਾ ਵੀ ਮੈਂ ਕਿਆ ਮੰਗੋ, ਮੈਂ ਕੀ ਮੰਗਾ? ਕਿਉਂਕਿ ਦੁਨੀਆ ਵਿੱਚ ਕੁਛ ਵੀ ਸਦੀਵੀ ਰਹਿਣ ਵਾਲਾ ਨਹੀਂ। ਦੁਨੀਆ ਦੇ ਧਨ ਪਦਾਰਥ ਸਦੀਵੀ ਰਹਿਣ ਵਾਲੇ ਨਹੀਂ। ਫਿਰ ਸਮਝ ਆਈ ਕਿ ਉਹ ਦਾਤ ਮੰਗੀਏ ਜੋ ਸਦੀਵੀ ਹੈ, ਜੋ ਸੱਚੀ ਹੈ, ਜੋ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਜੋ ਸਦੀਵੀ ਸੱਚ ਹੈ। ਫਿਰ ਉਹ ਦਾਤ ਮੈਂ ਮੰਗ ਲਵਾਂ, ਤੇ ਜਦੋਂ ਮੈਨੂੰ ਉਹ ਦਾਤ ਮਿਲ ਜਾਏ, ਤੇ ਬਾਕੀ ਦੀਆਂ ਦਾਤਾਂ ਮੰਗਣ ਦੀ ਜ਼ਰੂਰਤ ਹੀ ਨਹੀਂ ਪਏਗੀ। ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮੈਨੂੰ ਤੁਸੀਂ ਆਪਣੇ ਨਾਮ ਦੀ ਦਾਤ ਦਿਓ। ਇਹ ਸਾਡੀ ਮੰਗ ਸੱਚੀ ਹੈ। ਅਸੀਂ ਆਪਣੇ ਇਸ ਮਿੱਥੇ ਹੋਏ ਸਮੇਂ ਦੇ ਵਿੱਚ, ਕਿਉਂਕਿ ਸਾਡਾ ਸਮਾਂ ਮਿੱਥਿਆ ਹੈ, ਜਦੋਂ ਦਾ ਅਸੀਂ ਸੰਸਾਰ ਵਿੱਚ ਅੱਖਾਂ ਖੋਲੀਆਂ, ਜਨਮ ਲਿਆ, ਉਦੋਂ ਤੋਂ ਹੀ ਮਿੱਥੇ ਹੋਏ ਸਮੇਂ ਦੇ ਮੁਤਾਬਕ ਸਾਡੀ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ, ਵੱਧ ਨਹੀਂ ਰਿਹਾ।
ਸਾਡੀ ਜ਼ਿੰਦਗੀ ਦਾ ਸਮਾਂ ਘਟਦਾ ਹੈ, ਉਹ ਠੀਕ ਹੈ, ਬਾਹਰੋਂ ਸਰੀਰ ਵੱਧਦਾ ਹੈ ਤੇ ਸਾਨੂੰ ਲੱਗਦਾ ਵੀ ਮੈਂ ਇੰਨਾ ਵੱਡਾ ਹੋ ਗਿਆ, ਬਚਪਨ ਤੋਂ ਜੋਬਨ, ਜੋਬਨ ਤੋਂ ਬੁਢੇਪੇ ਤੱਕ ਮੈਂ ਇੰਨੀ ਵੱਡੀ ਉਮਰ ਦਾ ਹੋ ਗਿਆ। ਪਰ ਜਿੰਨੀ ਵੱਡੀ ਉਮਰ ਦੇ ਅਸੀਂ ਬਾਹਰੋਂ ਹੋ ਗਏ ਹਾਂ, ਉਨੀ ਸਾਡੀ ਜ਼ਿੰਦਗੀ ਦਾ ਅੰਦਰੋਂ ਸਮਾਂ ਘਟ ਚੁੱਕਾ ਹੈ। ਪਰ ਗੱਲ ਇਹ ਵੀ ਅੰਦਰ ਝਾਤ ਨਹੀਂ ਹਜੇ ਵੱਜੀ, ਜਿਸ ਕਰਕੇ ਹਜੇ ਬਾਹਰ ਦੀਆਂ ਖੁਸ਼ੀਆਂ ਮਨਾ ਰਹੇ ਹਾਂ, ਔਰ ਇਹ ਵੀ ਖੁਸ਼ੀਆਂ ਇੱਕ ਦਿਨ ਝੂਠੀਆਂ ਪੈ ਜਾਂਦੀਆਂ ਨੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਨੂੰ ਤੇ ਇਹੀ ਲੱਗਦਾ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਔਰ ਉਹ ਖੁਸ਼ੀਆਂ ਮਨਾ ਰਹੀ ਹੈ। ਪਰ ਜਿਹੜੀ ਖੁਸ਼ੀਆਂ ਮਨਾ ਰਹੀ ਹੈ ਉਹ ਜਿੱਦਣ ਝੂਠੀਆਂ ਪੈ ਗਈਆਂ ਤੇ ਸਭ ਤੋਂ ਵੱਧ ਰੋਣਾ ਵੀ ਉਹਨੇ ਹੈ। ਅਸੀਂ ਜਿਹੜੇ ਧਨ ਪਦਾਰਥਾਂ ਨੂੰ, ਜਿਹੜੀ ਜ਼ਿੰਦਗੀ ਜੀ ਰਹੇ ਹਾਂ, ਉਹਨੂੰ ਸੱਚ ਜਿੰਨਾ ਮੰਨ ਕੇ ਚੱਲਾਂਗੇ, ਉਨਾ ਹੀ ਬਾਅਦ ਵਿੱਚ ਪਛਤਾਵਾ ਤੇ ਰੋਣਾ ਸਾਡੇ ਪੱਲੇ ਹੈ। ਹੁਣ ਜਨਨੀ ਜਨਮ ਦੇਣ ਵਾਲੀ ਨੂੰ ਇਹ ਭੁਲੇਖਾ ਹੈ ਵੀ ਮੇਰਾ ਪੁੱਤ ਵੱਡਾ ਹੋ ਗਿਆ, ਉਹ ਬੜੀਆਂ ਖੁਸ਼ੀਆਂ ਮਨਾਉਂਦੀ ਹੈ। ਪਰ ਉਹ ਇਹ ਨਹੀਂ ਜਾਣਦੀ ਕਿ ਦਿਨ ਦਿਨ ਅਵਧ ਘਟਤ ਹੈ। ਇਹ ਤਾਂ ਦਿਨ ਦਿਨ ਘਟ ਰਿਹਾ, ਵੱਧ ਨਹੀਂ ਰਿਹਾ। ਬਾਹਰੋਂ ਜਿਹੜਾ ਉਹ 365 ਦਿਨ ਵੱਧ ਗਿਆ, ਪਰ ਅੰਦਰੋਂ 365 ਦਿਨ ਘਟ ਗਿਆ। ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਿਸੇ ਦੇ ਵੀ ਜਨਮ ਦਿਨ ਤੇ ਜਾ ਕੇ ਜੇ ਤੁਸੀਂ ਕਹੋ, ਉਹਨੇ ਤੁਹਾਨੂੰ ਸੱਦਾ ਦਿੱਤਾ ਹੋਵੇ, ਉਹਨੇ ਬੜਾ ਪ੍ਰੋਗਰਾਮ ਰੱਖਿਆ ਹੋਵੇ ਜਨਮ ਦਿਨ ਦੀ ਖੁਸ਼ੀ ਮਨਾਉਣ ਦਾ, ਤੇ ਤੁਸੀਂ ਉਹਨੂੰ ਕਹੋ ਵੀ ਤੈਨੂੰ ਮੁਬਾਰਕ ਹੈ, ਤੇਰੀ ਜ਼ਿੰਦਗੀ ਦਾ 1 ਸਾਲ ਘਟ ਗਿਆ, ਤੇ ਫਿਰ ਅਗਲੀ ਵਾਰੀ ਤੁਸੀਂ ਉਮੀਦ ਨਾ ਰੱਖੋ ਵੀ ਉਹ ਤੁਹਾਨੂੰ ਬੁਲਾਏਗਾ, ਕਿਉਂਕਿ ਤੁਹਾਨੂੰ ਉਹ ਸੁਣਨਾ ਚਾਹੁੰਦਾ ਵੀ ਤੁਹਾਡੀਆਂ ਲੰਮੀਆਂ ਉਮਰਾਂ ਹੋਣ। ਔਰ ਇਹ ਵੀ ਧਿਆਨ ਰੱਖਣਾ, ਅਸੀਂ ਇਹ ਝੂਠੀ ਮੰਗ ਰਹੇ ਹਾਂ। ਸਮਝਣ ਦੀ ਕੋਸ਼ਿਸ਼ ਕਰਿਓ, ਜੇ ਅਸੀਂ ਕਹਿ ਰਹੇ ਹਾਂ ਵੀ ਲੰਮੀਆਂ ਉਮਰਾਂ ਬਖਸ਼ੋ, ਇਹ ਮੰਗ ਝੂਠੀ ਹੈ ਸਾਡੀ। ਇਹ ਅਸੀਂ ਮੰਗ ਵੀ ਲਵਾਂਗੇ ਤੇ ਸਮਾਂ ਜਿੰਨਾ ਸਾਨੂੰ ਮਿਲਿਆ ਉਨਾ ਹੀ ਮਿਲਣਾ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਤੇ ਜੇ ਲੰਮੀਆਂ ਉਮਰਾਂ ਮੰਗਣ ਨਾਲ ਉਮਰਾਂ ਲੰਮੀਆਂ ਹੁੰਦੀਆਂ ਨੇ, ਤੇ ਕਦੇ ਵੀ ਚੰਦ ਦਿਨਾਂ ਦਾ ਬੱਚਾ ਦੁਨੀਆ ਤੋਂ ਜਾਣਾ ਨਹੀਂ ਚਾਹੀਦਾ। ਕਦੇ ਵੀ ਕੁਝ ਮਹੀਨਿਆਂ ਦਾ ਬੱਚਾ ਦੁਨੀਆ ਤੋਂ ਜਾਣਾ ਨਹੀਂ ਚਾਹੀਦਾ। ਕਦੇ ਵੀ ਭਰ ਜੋਬਨ ਵਾਲਾ, ਕਦੇ ਕੋਈ ਜਵਾਨ ਦੁਨੀਆ ਤੋਂ ਜਾਣਾ ਹੀ ਨਹੀਂ ਚਾਹੀਦਾ। ਜੇ ਸਾਡੀ ਇਹ ਮੰਗ ਸੱਚੀ ਹੋ ਜਾਏ ਕਿ ਉਮਰਾਂ ਲੰਮੀਆਂ ਹੋ ਜਾਣ, ਇਹ ਇੱਕ ਸਿਰਫ ਮਨ ਨੂੰ ਦਿਲਾਸਾ ਹੈ। ਇਹ ਸਿਰਫ ਇੱਕ ਮਨ ਨੂੰ ਅਸੀਂ ਦਿਲਾਸਾ ਦਿੰਦੇ ਹਾਂ ਵੀ ਹਾਂ ਲੰਮੀਆਂ ਉਮਰਾਂ ਦੀ, ਪਰ ਮਾਫ ਕਰਨਾ, ਮਹਾਰਾਜ ਕਹਿੰਦੇ ਆ ਝੂਠਾ ਹੈ ਮੰਗਣਾ ਤੁਹਾਡਾ। ਜਿੰਨਾ ਸਮਾਂ ਜ਼ਿੰਦਗੀ ਦਾ ਮਾਲਕ ਨੇ ਸਾਨੂੰ ਦਿੱਤਾ ਹੈ ਨਾ, ਅਸੀਂ ਉਸ ਸਮੇਂ ਵਿੱਚ ਰਹਿ ਕੇ ਉਹਨੂੰ ਧਿਆਉਣਾ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਜੋ ਖੱਟੀ ਖੱਟਣ ਵਾਸਤੇ ਆਏ ਹਾਂ, ਜੋ ਲਾਹਾ ਲੈਣ ਵਾਸਤੇ ਆਏ ਹਾਂ, ਅਸੀਂ ਉਹ ਲਾਹਾ ਲੈਣਾ ਹੈ। ਕਿਉਂਕਿ ਜ਼ਿੰਦਗੀ ਦਾ ਤੇ ਸਾਨੂੰ ਵੀ ਨਹੀਂ, ਅਸੀਂ ਮੰਗ ਜ਼ਰੂਰ ਰਹੇ ਹਾਂ ਲੰਮੀਆਂ ਉਮਰਾਂ, ਪਰ ਜ਼ਿੰਦਗੀ ਦਾ ਤੇ ਪਤਾ ਹੀ ਕੋਈ ਨਹੀਂ ਕਿ ਆਖਰੀ ਸਮਾਂ ਕਦੋਂ ਆ ਜਾਣਾ ਹੈ, ਆਖਰੀ ਵਕਤ ਕਦੋਂ ਆ ਜਾਣਾ ਹੈ। ਸਾਨੂੰ ਸੁਚੇਤ ਕੀਤਾ ਜਾ ਰਿਹਾ ਹੈ, ਸਾਨੂੰ ਜਗਾਇਆ ਜਾ ਰਿਹਾ ਹੈ ਕਿ ਤੂੰ ਸੁੱਤਾ ਹੋਇਆ ਝੂਠੀਆਂ ਮੰਗਾਂ ਹੀ ਮੰਗੀ ਜਾ ਰਿਹਾ ਹੈ। ਸੁਚੇਤ ਹੋ, ਜਾਗ। ਤੂੰ ਲੰਮੀਆਂ ਉਮਰਾਂ ਦੀ ਆਸ ਰੱਖੀ ਬੈਠਾ, ਇੱਧਰ ਤੇ ਜ਼ਿੰਦਗੀ ਦੀ ਰਾਤ ਮੁੱਕਣ ਤੇ ਆ ਗਈ। ਇੱਧਰ ਤੇ ਸਮਾਂ ਘਟਦਾ ਘਟਦਾ ਇੰਨਾ ਕੁ ਘਟ ਗਿਆ ਵੀ ਅਗਲੇ ਪਲ ਖੇਡ ਮੁੱਕ ਜਾਣੀ ਹੈ। ਸਾਨੂੰ ਇੱਥੇ ਲੰਮੀਆਂ ਉਮਰਾਂ ਦੀ ਗੱਲ ਨਹੀਂ ਸਮਝਾਈ, ਸਾਨੂੰ ਸਮਝਾਇਆ ਹਮ ਆਦਮੀ ਹਾਂ ਇੱਕਦਮੀ। ਸਾਨੂੰ ਸਮਝਾਇਆ ਵੀ ਇੱਕ ਦਿਨ ਇਸ ਤਨ ਨੇ ਚਲੇ ਜਾਣਾ ਹੈ, ਪਤਾ ਨਹੀਂ ਅੱਜ ਜਾਵੇ ਕਿ ਭਲਕੇ ਜਾਵੇ, ਇਹਦੇ ਤੋਂ ਸਾਥ ਛੁੱਟ ਜਾਣਾ ਹੈ। ਕਬੀਰ ਇਹ ਤਨ ਜਾਏਗਾ,
ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ। ਕਬੀਰ ਇਹ ਤਨ ਜਾਏਗਾ, ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰੈਣ। ਤੇਰੀ ਜ਼ਿੰਦਗੀ ਦੀ ਰਾਤ ਮੁੱਕ ਚੱਲੀ ਐ, ਤੇ ਤੂੰ ਲੰਮੀਆਂ ਉਮਰਾਂ ਦੀਆਂ ਆਸਾਂ ਰੱਖ ਕੇ ਬੈਠਾ। ਪਰ ਇਹ ਉਸ ਦਿਨ ਸਭ ਕੁਝ ਝੂਠਾ ਪੈ ਜਾਏਗਾ, ਜਿੱਦਣ ਆਖਰੀ ਦਮ ਸਰੀਰ ਚੋਂ ਨਿਕਲਿਆ। ਪਰ ਮਹਾਰਾਜ ਕਹਿੰਦੇ ਆ ਇਹ ਝੂਠੀ ਮੰਗ ਜਿਹੜੀ ਤੂੰ ਮੰਗ ਰਿਹਾ ਨਾ, ਇਹਦੇ ਤੋਂ ਤੈਨੂੰ ਬਚਾ ਕੇ ਉਹ ਮੰਗ ਮੰਗਣ ਵਾਸਤੇ ਪ੍ਰੇਰਿਆ ਕਿ ਜਿਹੜੀ ਤੇਰੇ ਔੜਕ ਤੱਕ ਕੰਮ ਵੀ ਆਵੇ। ਠੀਕ ਹੈ, ਇਹਦਾ ਮਤਲਬ ਇਹ ਵੀ ਨਹੀਂ ਕਿ ਸਾਨੂੰ ਰੋਟੀ ਨਹੀਂ ਚਾਹੀਦੀ, ਕੱਪੜਾ ਨਹੀਂ ਚਾਹੀਦਾ, ਮਕਾਨ ਨਹੀਂ ਚਾਹੀਦਾ, ਸਾਨੂੰ ਪਰਿਵਾਰ ਨਹੀਂ ਚਾਹੀਦਾ, ਸਭ ਕੁਝ, ਪਰ ਉਹ ਬਿਨਾਂ ਮੰਗਿਆਂ ਹੀ ਸਾਨੂੰ ਮਿਲ ਰਿਹਾ ਹੈ। ਉਹ ਪਰਮੇਸ਼ਵਰ ਨੂੰ ਪਤਾ ਹੈ ਕਿ ਜਿਹਨੂੰ ਮੈਂ ਜਨਮ ਦਿੱਤਾ ਹੈ ਇਹਨੂੰ ਖੁਰਾਕ ਵੀ ਚਾਹੀਦੀ ਹੈ। ਹੁਣ ਜਦੋਂ ਅਸੀਂ ਜਨਮ ਲਿਆ ਤੇ ਜਨਮ ਲੈਂਦਿਆਂ ਸਾਰ ਥੋੜ੍ਹੀ ਮਾਲਕ ਨੂੰ ਆਖਿਆ ਵੀ ਮੈਨੂੰ ਖੁਰਾਕ ਦੇ। ਮਾਲਕ ਨੇ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਿਆ ਹੈ। ਬੱਚੇ ਲਈ ਮਾਂ ਦੇ ਰਾਹੀਂ ਪਹਿਲਾਂ ਹੀ ਖੁਰਾਕ ਦਾ ਪ੍ਰਬੰਧ ਕਰਕੇ ਰੱਖਿਆ ਹੈ। ਤੇ ਜੇ ਜਨਮ ਤੋਂ ਪਹਿਲਾਂ ਹੀ ਉਹਨੇ ਖੁਰਾਕ ਦਾ ਪ੍ਰਬੰਧ ਕਰ ਦਿੱਤਾ ਤੇ ਕੀ ਉਹ ਜਨਮ ਤੋਂ ਬਾਅਦ ਨਹੀਂ ਕਰੇਗਾ? ਔਰ ਅਸੀਂ ਤਾਂ ਚਲੋ ਫਿਰ ਵੀ ਮਨੁੱਖਾ ਦੇਹੀ ਵਿੱਚ ਆਏ ਹਾਂ, ਸੋਝੀ ਰੱਖਦੇ ਹਾਂ, ਸਮਝ ਰੱਖਦੇ ਹਾਂ, ਪਰ ਜਿਹੜੇ ਹੈ ਹੀ ਧਰਤੀ ਦੇ ਹੇਠਾਂ ਰਹਿਣ ਵਾਲੇ ਜੀਵ ਨੇ, ਪੱਥਰਾਂ ਵਿੱਚ ਰਹਿਣ ਵਾਲੇ ਨੇ, ਜਿਹੜੇ ਜਲ ਵਿੱਚ ਰਹਿਣ ਵਾਲੇ ਜੀਵ ਨੇ, ਰਿਜ਼ਕ ਤਾਂ ਉਹਨਾਂ ਤੱਕ ਵੀ ਪਹੁੰਚ ਰਿਹਾ ਹੈ। ਪਾਲਣਾ ਤੇ ਉਹਨਾਂ ਦੀ ਵੀ ਹੋ ਰਹੀ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਉਹਨਾਂ ਦਾ ਵੀ ਅੱਗੇ ਰਿਜ਼ਕ ਦਾ ਪ੍ਰਬੰਧ ਕਰਕੇ ਰੱਖਿਆ ਹੈ। ਜੇ ਕੋਈ ਡੋਲਦਾ ਹੈ ਤੇ ਉਹ ਹੈ ਮਨੁੱਖ, ਇਨਸਾਨ। ਸਾਨੂੰ ਉਸ ਮਾਲਕ ਤੇ ਭਰੋਸਾ ਨਹੀਂ ਹੈ, ਇਸ ਲਈ ਸਾਡੀ ਜ਼ਿੰਦਗੀ ਝੂਠਾ ਮੰਗਣ ਵਿੱਚ ਹੀ, ਝੂਠ ਦੀਆਂ ਮੰਗਾਂ ਮੰਗਣ ਦੇ ਵਿੱਚ ਹੀ ਲੰਘ ਜਾਂਦੀ ਹੈ। ਸਾਹਿਬ ਜੀ ਕਹਿੰਦੇ ਤੇਰੀ ਇਹ ਮੰਗ ਨਹੀਂ ਸੀ, ਤੇਰੀ ਮੰਗ ਸੀ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਤੇਰੀ ਮੰਗ ਸੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੈਖਾਰੀ ਜੀਓ। ਵਾਹਿਗੁਰੂ ਜੀ ਤੂੰ ਦਾਤਾ ਹੈ, ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਬਸ ਇੱਕ ਕਿਰਪਾ ਕਰ ਦਿਓ ਕਿ ਆਪਣੇ ਨਾਮ ਦੀ ਦਾਤ, ਆਪਣੇ ਨਾਮ ਦੀ ਬਖਸ਼ਿਸ਼ ਮੇਰੀ ਝੋਲੀ 'ਚ ਪਾ ਦਿਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ, ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਆ ਮੰਗ ਸੀ ਸੱਚੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਆ ਸੱਚੀਆਂ ਮੰਗਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦਾਂ ਰਾਹੀਂ ਮੰਗਣ ਵਾਸਤੇ ਆਖਿਆ, ਇਹ ਸੱਚੀਆਂ ਮੰਗਾਂ ਨੇ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੈ, ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ, ਦਰਸ਼ਨ ਦੇਖੈ। ਆ ਮੰਗਾਂ ਸੀ ਸਾਡੀਆਂ ਮੰਗਣ ਵਾਲੀਆਂ ਕਿ ਮਾਲਕ ਜੀ ਕਈ ਜਨਮ ਹੋ ਗਏ, ਸਾਡੇ ਵਿਕਾਰਾਂ ਦੀ ਮੱਲ ਲੱਗੀ ਪਈ ਹੈ। ਇਸ ਜਨਮ ਵਿੱਚ ਕਿਤੇ ਅਸੀਂ ਇਸ ਵਿਕਾਰਾਂ ਦੀ ਮੱਲ ਤੋਂ ਰਹਿਤ ਹੋ ਜਾਈਏ, ਛੁਟਕਾਰਾ ਮਿਲ ਜਾਏ ਸਾਨੂੰ। ਸਾਡੇ ਤੇ ਕਿਰਪਾ ਕਰੋ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ ਨੀਕੋ, ਠਾਕੁਰ ਦੇਸਾ। ਮੈਂ ਪਾਪ ਨਾਲ ਭਰਿਆ, ਤੁਸੀਂ ਪਾਪ ਦਾ ਖੰਡਨ ਨਾਸ਼ ਕਰਨ ਵਾਲੇ। ਮੈਂ ਤੁਹਾਡੇ ਦਰ ਤੇ ਆਇਆ, ਮੈਨੂੰ ਪਤਤ ਨੂੰ ਪਾਵਨ ਕਰ ਦਿਓ।
ਜਨਮਾਂ ਜਨਮਾਂ ਦੀ ਅੰਦਰ ਮਲ ਲੱਗੀ ਹੈ, ਇਹਨੂੰ ਧੋਣ ਦਾ ਤਰੀਕਾ ਦੱਸ ਦਿਓ। ਅਸਲ ਵਿੱਚ ਜਿਹੜੀਆਂ ਮੰਗਾਂ ਅਸੀਂ ਮੰਗਣੀਆਂ ਸੀ, ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ। ਮੰਗਣ ਵਿੱਚ ਸਭ ਤੋਂ ਚੰਗੀ ਮੰਗ ਸਾਡੀ ਇਹ ਹੈ ਕਿ ਵਾਹਿਗੁਰੂ ਜੀ ਤੁਹਾਡਾ ਜਸ ਦਿਨ ਰਾਤ ਅਸੀਂ ਗਾਉਂਦੇ ਰਹੀਏ। ਇਹ ਸਭ ਤੋਂ ਚੰਗੀ ਮੰਗ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਵੀ ਅਸੀਂ ਸਾਰੀ ਜ਼ਿੰਦਗੀ ਝੂਠੀਆਂ ਮੰਗਾਂ ਹੀ ਮੰਗਦੇ ਨਾ ਰਹਿ ਜਾਈਏ। ਸਮੇਂ ਸਮੇਂ ਦੇ ਨਾਲ ਸਰੀਰਕ ਤਲ ਤੇ ਸਾਨੂੰ ਸੁੱਖ ਚਾਹੀਦੇ ਆ, ਧਨ ਪਦਾਰਥਾਂ ਦੇ, ਉਹ ਮਿਲ ਰਹੇ ਆ, ਪਰ ਉਹਦੀ ਪਕੜ ਇੰਨੀ ਮਜ਼ਬੂਤ ਨਾ ਹੋ ਜਾਏ ਕਿ ਅਸੀਂ ਪਰਮੇਸ਼ਵਰ ਕੋਲੋਂ ਦਿਨ ਰਾਤ ਮਾਲਕ ਦੇ ਗੁਣ ਗਾਉਣ ਵਾਲੀ ਦਾਤ ਮੰਗਣੀਓ ਹੀ ਭੁੱਲ ਜਾਈਏ। ਸਾਨੂੰ ਨਿਤਨੇਮ ਹੀ ਵਿਸਰ ਜਾਏ, ਸਾਨੂੰ ਸਤ ਸੰਗਤ ਕਰਨਾ ਹੀ ਵਿਸਰ ਜਾਏ। ਤੇ ਜਿਹੜੀ ਦਾਤ ਅਸੀਂ ਮੰਗਣ, ਜਿਹਦੇ ਲਈ ਆਏ ਆ, ਸਾਡਾ ਜਨਮ ਕਾਹਦੇ ਲਈ ਹੋਇਆ ਹੈ? ਪਰਮੇਸ਼ਵਰ ਨੂੰ ਮਿਲਣ ਵਾਸਤੇ। ਤੇ ਮਹਾਰਾਜ ਕਹਿੰਦੇ ਪਰਮੇਸ਼ਵਰ ਨੂੰ ਮਿਲਣ ਲਈ ਤੈਨੂੰ ਦੋ ਦਾਤਾਂ ਚਾਹੀਦੀਆਂ ਸੀ, ਇੱਕ ਸੰਗਤ ਤੇ ਇੱਕ ਰੰਗਤ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਇਹ ਦੋ ਦਾਤਾਂ ਜੇ ਨਾ ਮੰਗੀਆਂ, ਬਾਕੀ ਸਾਰੀਆਂ ਹੀ ਮੰਗ ਲਈਆਂ, ਤੇ ਸਾਹਿਬ ਕਹਿੰਦੇ ਫਿਰ ਤੇਰਾ ਮੰਗਣਾ ਝੂਠਾ ਹੈ। ਤੂੰ ਮੰਗਣਾ ਸੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਅਸੀਂ ਇੱਥੇ ਆ ਕੇ ਇਹ ਮੰਗ ਮੰਗਣੀ ਸੀ ਕਿ ਵਾਹਿਗੁਰੂ ਜੀ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਆਹ ਮੰਗ ਸੱਚੀ ਸੀ, ਪਰ ਅਸੀਂ ਦੁਨਿਆਵੀ ਪਦਾਰਥਾਂ ਦੀ ਮੰਗ ਕੇ ਚਲੇ ਗਏ। ਤੇ ਮਹਾਰਾਜ ਕਹਿੰਦੇ ਤੂੰ ਤੇ ਝੂਠਾ ਮੰਗਣ ਮੰਗ ਕੇ ਚਲਾ ਗਿਆ। ਅੱਜ ਵੀ ਆਪਾਂ ਵੇਖਦੇ ਹਾਂ ਬਹੁਤ ਵਿਰਲੇ ਨੇ ਜਿਹੜੇ ਗੁਰਬਾਣੀ ਦਾ ਅਖੰਡ ਪਾਠ ਸਾਹਿਬ ਸਹਿਜ ਪਾਠ ਇਸ ਲਈ ਕਰਾਉਂਦੇ ਆ ਕਿ ਸਾਡਾ ਜੀਵਨ ਕਿਤੇ ਲੇਖੇ ਵਿੱਚ, ਜਿੰਨੇ ਵੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ, ਜਿੱਥੇ ਜਿੱਥੇ ਵੀ ਸਰਚ ਕਰਕੇ ਵੇਖਿਓ ਵੀ ਉਹਨਾਂ ਵਿੱਚੋਂ ਕਿੰਨੇ ਐਸੇ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਨੇ ਜਿਹੜੇ ਇਸ ਲਈ ਆਰੰਭ ਹੋਏ ਨੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੈ। ਸਰਚ ਕਰਕੇ ਆਪ ਵੇਖਿਓ, ਬਾਕੀ ਦੇ ਇਹੀ ਨਿਕਲੇਗਾ ਨਤੀਜਾ ਕਿ ਬਾਹਰ ਦੇ ਸੁੱਖ, ਬਾਹਰ ਦੇ ਧਨ ਪਦਾਰਥ, ਕਾਰੋਬਾਰ, ਬਸ ਆਹੀ ਕੁਛ ਉਹਦੇ ਪਿੱਛੇ ਮੰਗ ਨਜ਼ਰ ਆਏਗੀ। ਬਹੁਤ ਘੱਟ ਹੈ ਜਿਹੜਾ ਗੁਰਬਾਣੀ ਦਾ ਪਾਠ ਇਸ ਲਈ ਕਰ ਰਿਹਾ, ਹਾਲਾਂਕਿ ਗੁਰਬਾਣੀ ਦਿੱਤੀ ਇਸੇ ਵਾਸਤੇ ਹੈ, ਪਰ ਨਾ ਸਮਝ ਹੋਣ ਕਰਕੇ ਅਸੀਂ ਸੋਚਿਆ ਵੀ ਨਹੀਂ ਬਾਹਰ ਦੇ ਜਿਹੜੇ ਨੇ ਇਹ ਸੁੱਖ ਦੁੱਖ ਕੇਵਲ ਇਹਦੇ ਵਾਸਤੇ ਹੀ ਗੁਰਬਾਣੀ। ਮਹਾਰਾਜ ਕਹਿੰਦੇ ਜਿਹੜਾ ਅਸਲ ਸੁੱਖ ਹੈ, ਅਸਲ ਦੁੱਖ ਹੈ, ਉੱਥੇ ਤੱਕ ਤੇ ਤੂੰ ਪਹੁੰਚਿਆ ਹੀ ਨਹੀਂ। ਤੂੰ ਸਰੀਰ ਤੱਕ ਸੀਮਤ ਰਹਿ ਗਿਆ ਤੇ ਸਰੀਰ ਦਾ ਦੁੱਖ ਸੁੱਖ ਹੀ ਮੰਗਦਾ ਰਿਹਾ। ਸਰੀਰ ਤੇ ਝੂਠਾ ਹੈ, ਸਰੀਰ ਤਾਂ ਨਾਸ਼ਵੰਤ ਹੈ, ਸਰੀਰ ਤਾਂ ਮਿੱਟੀ ਹੋ ਜਾਣ ਵਾਲਾ, ਇੱਕ ਦਿਨ ਮਿਟ ਜਾਣ ਵਾਲਾ ਹੈ। ਤੂੰ ਇਹਦੇ ਹੀ ਸੁੱਖ ਮੰਗਦਾ ਰਿਹਾ। ਇਸ ਸਰੀਰ ਵਿੱਚ ਇੱਕ ਜਿੰਦ ਵੀ ਹੈ, ਤੂੰ ਉਸ ਜਿੰਦ ਦਾ ਸੁੱਖ ਮੰਗਿਆ ਹੀ ਨਹੀਂ। ਤੂੰ ਕਦੇ ਆ ਕੇ ਕਿਹਾ ਹੀ ਨਹੀਂ ਕਿ ਮੇਰੀ ਜਿੰਦ ਬੜੀ ਦੂਰ ਦਾ ਸਫ਼ਰ ਕਰਕੇ ਕਈ ਜਨਮਾਂ ਵਿੱਚੋਂ ਨਿਕਲ ਕੇ ਕਈ ਜਨਮਾਂ ਦੇ ਦੁੱਖ ਭੋਗਦੀ ਆਈ ਹੈ, ਤਾਂ ਮਾਲਕ ਜੀ ਕਿਰਪਾ ਕਰੋ ਮੇਰੇ ਅੰਦਰ ਦਾ ਦੁੱਖ ਮਿਟ ਜਾਏ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਠੀਕ ਹੈ, ਤਨ ਕਰਕੇ ਵੀ ਅਸੀਂ ਸੁੱਖ ਮੰਗਣਾ ਹੈ, ਪਰ ਇੱਕ ਦਿਨ ਇਹ ਵੀ ਜ਼ਿਕਰ ਕੀਤਾ ਕਿ ਦੁੱਖ ਆਤਮਾ ਦਾ ਹੈ, ਰੋਗ ਮਨ ਦਾ ਹੈ।
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਭਿਆਨਕ ਬਿਮਾਰੀਆਂ ਮਨ ਨੂੰ ਲੱਗੀਆਂ ਹੋਈਆਂ, ਦੁੱਖ ਆਤਮਾ ਨੂੰ ਲੱਗਾ ਹੋਇਆ। ਤੇ ਸਭ ਕਹਿੰਦੇ ਬਾਣੀ ਕਿਉਂ ਦਿੱਤੀ ਹੈ? ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ। ਭੰਨਾ ਦੁੱਖ ਕਿਹੜਾ ਤੇਰੀ ਆਤਮਾ ਨੂੰ ਲੱਗਾ ਉਹ ਵੀ ਦੂਰ ਹੋ ਜਾਏਗਾ, ਤੇਰੇ ਮਨ ਨੂੰ ਲੱਗੀਆਂ ਬਿਮਾਰੀਆਂ ਰੋਗ ਵੀ ਦੂਰ ਹੋ ਜਾਣਗੇ। ਪਰ ਆਹ ਜਿਹੜਾ ਆਸਰਾ ਦਿੱਤਾ ਨਾ ਗੁਰਬਾਣੀ ਦਾ, ਇਹ ਬਾਣੀ ਦਾ ਆਸਰਾ ਲੈ ਤਾਂ ਕਿ ਮਨ ਦੇ ਰੋਗ ਵੀ ਦੂਰ ਹੋ ਜਾਣ ਤੇ ਤੇਰੀ ਜੀਵ ਆਤਮਾ ਦਾ ਵੀ ਭਲਾ ਹੋ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਰਾਹੀਂ ਇਹ ਸਮਝਾ ਰਹੇ ਆ। ਸਭ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨ ਲਾਗੈ। ਝੂਠਾ ਮੰਗਣ, ਜੇ ਕੋਈ ਝੂਠੀਆਂ ਮੰਗਾਂ ਹੀ ਮੰਗ ਰਿਹਾ ਹੈ, ਜੋ ਸੱਚ ਨਹੀਂ, ਜੋ ਸਦੀਵੀ ਨਹੀਂ। ਜਿਹੜਾ ਸੁੱਖ ਅਸੀਂ ਮੰਗ ਰਹੇ ਹਾਂ ਇਹ ਇੱਕ ਦਿਨ ਦੁੱਖ ਵਿੱਚ ਬਦਲ ਜਾਂਦਾ ਹੈ। ਜਿਹੜੇ ਸੁੱਖ ਆਪਾਂ ਮੰਗ ਰਹੇ ਹਾਂ ਇਹ ਇੱਕ ਦਿਨ ਦੁੱਖ ਵਿੱਚ ਬਦਲ ਜਾਂਦੇ ਆ। ਤੇ ਜਦੋਂ ਦੁੱਖ ਵਿੱਚ ਬਦਲਦੇ ਆ, ਬੰਦਾ ਕਹਿੰਦਾ ਮੈਂ ਮੰਗਿਆ ਤੇ ਸੁੱਖ ਸੀ ਪਰ ਮਿਲ ਗਿਆ ਦੁੱਖ। ਸਭ ਕਹਿੰਦੇ ਉਹ ਸੁੱਖ ਮੰਗ ਜਿਹੜਾ ਕਦੇ ਦੁੱਖ ਵਿੱਚ ਬਦਲਦਾ ਹੀ ਨਹੀਂ ਹੈ, ਜਿਹੜਾ ਸਗੋਂ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦੇਗਾ, ਜਿਹੜਾ ਤੇਰੇ ਸਾਰੀ ਜ਼ਿੰਦਗੀ ਦੇ ਦੁੱਖ ਕੱਟ ਕੇ ਰੱਖ ਦੇਗਾ। ਤੂੰ ਉਹ ਸੱਚ ਵਾਲੀ ਮੰਗ ਮੰਗ। ਉਹ ਕਿਹੜੀ ਹੈ? ਨਾਮ ਦੀ। ਕਿਉਂਕਿ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਜਿਹੜੀ ਝੂਠੀ ਮੰਗ ਆਪਾਂ ਪੂਰੀ ਤਾਂ ਉਹ ਵੀ ਮਾਲਕ ਨੇ ਕਰ ਦੇਣੀ ਹੈ, ਦੁਨੀਆ ਦੇ ਧਨ ਪਦਾਰਥ ਦੇ ਕੇ ਨਿਵਾਜ ਦੇਣਾ ਹੈ, ਪਰ ਉਧਰੋਂ ਚਿੰਤਾ ਵੀ ਵੱਧ ਜਾਣੀ ਹੈ, ਦੁੱਖ ਵੀ ਵੱਧ ਜਾਣੇ ਆ। ਸਭ ਕਹਿੰਦੇ ਤੂੰ ਉਹ ਮੰਗ ਮੰਗ ਵਾਹਿਗੁਰੂ ਤੇ ਭਰੋਸਾ ਰੱਖ ਕੇ ਕਿ ਮੇਰਾ ਕੰਮ ਹੈ ਤੁਹਾਡੇ ਨਾਮ ਰੰਗ ਵਿੱਚ ਰੰਗਣਾ, ਤੁਹਾਡਾ ਕੰਮ ਹੈ ਮਹਾਰਾਜ ਮੈਨੂੰ ਕਿਵੇਂ ਸੁੱਖ ਦੇਣਾ, ਕਿਵੇਂ ਮੈਨੂੰ ਤੁਸੀਂ ਸਮਾਜ ਦੁਨੀਆ ਵਿੱਚ ਰੱਖਣਾ। ਇਹ ਮਾਲਕ ਦਾ ਕੰਮ ਹੈ। ਸਾਡਾ ਕੰਮ ਹੈ ਕੇਵਲ ਨਾਮ ਦੀ ਕਮਾਈ ਕਰਨੀ। ਸਾਡਾ ਕੰਮ ਹੈ ਬੀਜ ਬੀਜਣਾ, ਫਲ ਲਾਉਣਾ ਮਾਲਕ ਦਾ ਕੰਮ ਹੈ। ਸਾਡਾ ਕੰਮ ਹੈ ਭੋਜਨ ਖਾਣਾ, ਪਰ ਇਹ ਧਿਆਨ ਰੱਖਿਓ ਭੋਜਨ ਚੰਗਾ ਖਾਣਾ ਹੈ ਮਾੜਾ ਖਾਣਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਮਾਲਕ ਨੇ ਤੇ ਫਲ ਲਾਉਣਾ ਹੈ ਉਸ ਤਰ੍ਹਾਂ ਦਾ। ਅੱਜ ਵੀ ਸਾਡਾ ਕੰਮ ਭੋਜਨ ਖਾਣਾ ਹੈ, ਉਹਨੂੰ ਪਚਾਉਣ ਵਾਲੀ ਮਸ਼ੀਨਰੀ ਜਿਹੜੀ ਅੰਦਰ ਲੱਗੀ ਹੈ, ਉਹ ਮਸ਼ੀਨਰੀ ਕਿਹਦੇ ਹੁਕਮ 'ਚ ਕੰਮ ਕਰ ਰਹੀ ਹੈ? ਵਾਹਿਗੁਰੂ ਦੇ। ਕਿਉਂਕਿ ਬਲੱਡ ਬਣਾਉਣਾ ਉਹਦਾ ਕੰਮ ਹੈ। ਜੇ ਸਾਡਾ ਕੰਮ ਹੁੰਦਾ ਫਿਰ ਆ ਜਿੰਨੇ ਵੀ ਖੂਨਦਾਨ ਕੈਂਪ ਲੱਗਦੇ ਆ ਲੋੜ ਹੀ ਨਹੀਂ ਆਪਾਂ ਨੂੰ। ਜਿੰਨਾ ਵੀ ਖੂਨਦਾਨ ਕੈਂਪ ਲੱਗਦੇ ਆ ਇਹਦੀ ਜ਼ਰੂਰਤ ਨਾ ਪਵੇ, ਕਿਉਂਕਿ ਇਹ ਮਾਲਕ ਦੇ ਹੁਕਮ ਵਿੱਚ ਹੈ। ਇਹਦੀ ਜ਼ਰੂਰਤ ਪੈਂਦੀ ਹੈ, ਇਸ ਲਈ ਸਾਨੂੰ ਖੂਨਦਾਨ ਕੈਂਪ ਲਗਾਉਣੇ ਪੈਂਦੇ ਆ। ਇਸ ਲਈ ਸਾਡਾ ਕੰਮ ਹੈ ਭੋਜਨ ਖਾਣਾ, ਉਹਨੂੰ ਫਲ ਤੱਕ ਪਹੁੰਚਾਉਣਾ ਮਾਲਕ ਦਾ ਕੰਮ ਹੈ। ਕਰਮ ਕਰਨਾ ਸਾਡਾ ਕੰਮ ਹੈ। ਚੰਗਾ ਕਰਨਾ ਹੈ ਮਾੜਾ ਕਰਨਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਬੀਜ ਬੀਜਣਾ, ਮਾੜਾ ਬੀਜ ਰਹੇ ਆ ਚੰਗਾ, ਇਹ ਸਾਡੇ ਤੇ ਡਿਪੈਂਡ ਹੈ। ਜੇ ਮਾੜਾ ਬੀਜਾਂਗੇ ਉਹਨੇ ਤੇ ਫਲ ਲਾਉਣਾ ਹੈ, ਮਾਲਕ ਜੀ ਨੇ ਤੇ ਫਲ ਦੇਣਾ ਹੈ। ਤੁਸੀਂ ਬੀਜ ਚੰਗਾ ਪਾਓ ਮਾੜਾ ਪਾਓ, ਜਿੱਦਾਂ ਦਾ ਬੀਜ ਪਾਓਗੇ ਮਾਲਕ ਜੀ ਨੇ ਉਦਾਂ ਦਾ ਹੀ ਫਲ ਦੇ ਦੇਣਾ ਹੈ। ਇਹ ਵੀ ਨਹੀਂ ਕਿ ਮੈਂ ਮਾੜਾ ਬੀਜ ਬੀਜ ਕੇ ਤੇ ਚੰਗੇ ਦੀ ਆਸ ਰੱਖਾਂ, ਜ਼ਹਿਰ ਬੀਜ ਕੇ ਤੇ ਮੈਂ ਅੰਮ੍ਰਿਤ ਦੀ ਆਸ ਰੱਖਾਂ। ਮਹਾਰਾਜ ਕਹਿੰਦੇ ਇਹ ਅਨਿਆਂ ਨਹੀਂ ਹੋਣਾ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਮਹਾਰਾਜ ਕਹਿੰਦੇ ਇਹ ਅਨਿਆਂ ਨਹੀਂ ਨਿਆਂ ਹੋਣਾ। ਜੇ ਜ਼ਹਿਰ ਬੀਜੀਆਂ ਤਾਂ ਜ਼ਹਿਰ ਹੀ ਖਾਣੀ ਪੈਣੀ ਹੈ। ਜੇ ਅੰਮ੍ਰਿਤ ਦਾ ਬੀਜ ਪਾਇਆ ਤੇ ਅੰਮ੍ਰਿਤ। ਅੱਜ ਵੀ ਸਦੀਆਂ ਬੀਤ ਗਈਆਂ ਨੇ, ਕਦੇ ਨਿੰਮ ਦੇ ਰੁੱਖ ਨੂੰ ਅੰਬ ਦਾ ਫਲ ਨਹੀਂ ਲੱਗਾ ਤੇ ਕਦੇ ਅੰਬ ਦੇ ਰੁੱਖ ਨੂੰ ਨਿੰਮ ਨਹੀਂ ਲੱਗੀ, ਕਿਉਂਕਿ ਇਹ ਨਿਆਂ ਹੈ। ਸਾਹਿਬ ਜੀ ਕਹਿੰਦੇ ਆ ਤੂੰ ਬੀਜ ਪਾ, ਫਲ ਦੇਣਾ ਜਿਹੜਾ ਮੇਰਾ ਕੰਮ ਹੈ। ਤੂੰ ਮੰਗ ਝੂਠੀ ਨਾ ਮੰਗ, ਤੂੰ ਸੱਚੀ ਮੰਗ ਮੰਗ।
तेरी झोली विच बख्शिशां किवें पाउणीਆਂ ਉਹ मेरा काम है। पर साहब जी कहंदे जे कोई झूठी मंग मंगदा है ਉਹਦੀ पूर्ति वास्ते कई वारी बंदा अपनी जमीर भी मार दिंदा है। फिर ध्यान ला के समझियो, झूठा मंगण जे कोई मंग है, बाहर दे धन जिन्ने पदार्थ ने मायावी ये झूठे ने। हुण ये जे कोई मंग रहा है तो मंगदियां मंगदियां ਉਹਦੇ अंदर इन्नी को खिच पैदा हो गई भी मैनू ये चाहिदा ही चाहिदा है। ਉਹਦੇ वास्ते फिर बंदा मड़ियां ते जाण नूं तैयार हो गया, मसाणा ते जाण नूं तैयार हो गया, दे धारियां दे चरनां च डिग्गण नूं तैयार हो गया, सियाणियां कोल जाण नूं तैयार हो गया, आ ज्योतिषियां तांत्रिकां कोल जाण नूं तैयार हो गया। वो इंसान अपनी जमीर नूं मारन लई तैयार हो गया, वो अपनी इंसानियत नूं मारन लई तैयार हो गया। बस आ मंग पूरी होनी चाहिदी है, किसी तरह भी ये मंग पूरी होनी चाहिदी है। उन्हों पूर्ण करने वास्ते जे उन्हों अपने माँ बाप का कतल भी करना पे वो भी तैयार हो जाता है। भ्रष्टाचार फैलिया होया है, जिन्ना भी गरीब मार संसार दे विच हो रहा ये किन्हां वल्लों हो रहा है? ये मरियां हुईयां जमीरां वल्लों हो रहा है। जिन्हां दियां जमीरां मर चुकियां ने, इंसानियत मर चुकी है। महाराज कहंदे वो झूठियां मंगां पूरियां करन वास्ते वो किसी भी हद ते जा सकदे आ, किसी भी हद तक गिर सकदे आ। और कोई शक नहीं, जिस समाज विच आपां रहिंदे आ पता है कि मरियां हुईयां जमीरां वाले लोग किस हद तक जा और इत्थों तक भी कि वो तो रब दे घर नूं भी नहीं बख्शदे, वो तो रब दे घर नूं भी नहीं बख्शदे। हवस के बंदे वफा को बेच देते हैं, खुदा के घर की क्या कहिए खुदा को बेच देते हैं। इसलिए महाराज कहते हे गुरु के प्यारिओ, गुरमुखो, गुरसिखो, जे तुसी गुरु घर आए हो तो सच्ची मंग मंग के जाओ। जो मंगण वास्ते आपां आए हैं वो मंग ना मंगनी भुल ना जाओ। किते झूठियां मंगा मंगदे मंगदे जिंदगी का समा ना मुक जाए। वाहिगुरु कोलों ओ मंग मंगो जिहदे लई आपां आए हैं, जिहदे लई सानू गुरबाणी दा आसरा दिता है। सब कहंदे तिस कौ, कौ दा अर्थ है नूं, उस नूं मरते घड़ी ना लागे। एक घड़ी भी नहीं लगदी ओदी जमीर मरन लग्या। पार ब्रह्म जो सद ही सेवै, सो गुर मिल नह चल कहना। महाराज कहंदे जिहड़े पार ब्रह्म परमेश्वर नूं सद ही हमेशा सिमरदे ने, सेवदे ने, चेते रखते ने, वो फिर गुरु नूं मिल के अपना जीवन सदा लई अमर कर लेंदे ने। निहचल दा अर्थ है उन्हां दी जमीर फिर कदे नहीं मरदी, इंसानियत कदे नहीं मरदी, वो सदा लई अंदरों अमर हो जाते हैं। भाव आत्मक मौत कदे नहीं हुंदी। किन्हां दी? जिन्हां ने सदा परमेश्वर नूं सिमरिया ते जिहड़े गुरु नूं मिल के परमेश्वर दे रंग नाम रंग विच रंगे जांदे आ। गुरु साहब असी गुरु वाले क्यों बनना है? गुरबाणी क्यों पढ़नी है? जां रोज क्यों कहने आ आग्या भई अकाल की तवे चलायो पंथ, सब सिखन को हुक्म है गुरु मान्यो। असी रोज क्यों कहने आ बाणी गुरु, गुरु है बाणी, विच बाणी अमृत सारे। क्योंकि जेड़े रंग विच रंगण आए आ ना, वो गुरु तो बिना किसी ने रंगत अंदर देनी नहीं। हर नामा हर रंग है, हर रंग मजीठै रंग, गुर तुठै हर रंग चाड़िया। ते जिन्हों गुरु ने त्रुट के रंग चाड़ दिता, महाराज जी कहते ने वो सदा लई अमर हो गया। जिन्हों नाम दा रंग अंदर चाड़ दिता, उदी कदे इंसानियत जमीर अंदरों मरदी ही नहीं है। उदी शरीरक मौत तो हो सकती है पर उदी जमीर दी मौत नहीं हो सकती। वो आत्मक तौल ते कदे नहीं मरेगा जिन्हों गुरु ने त्रुट के नाम रंग विच रंग दिता।
ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ, ਗੁਰੂ ਨੂੰ ਮਿਲ ਕੇ ਨਿਹਚਲ ਕਹਿ ਸਕਦੇ ਹਾਂ ਵੀ ਇਹ ਗੁਰੂ ਨੂੰ ਮਿਲੇ ਹੋਏ ਸਦਾ ਲਈ ਅਮਰ ਹੋ ਗਏ ਹਨ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੇ ਅਨ ਦਿਨ ਨਿਤ ਜਾਗੀ। ਬਾਹਾਂ ਪਕੜ ਤਿਸ ਸੁਆਮੀ ਮਿਲੈ, ਜਿਸ ਕੈ ਮਸਤਕ ਲਹਿਣਾ। ਗੁਰੂ ਅਰਜਨ ਦੇਵ ਮਹਾਰਾਜ ਦੂਸਰੇ ਪਦੇ ਵਿੱਚ ਫਿਰ ਕਿਰਪਾ ਕਰਦੇ, ਪ੍ਰੇਮ ਭਗਤ, ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ, ਪ੍ਰੇਮਾ ਭਗਤੀ। ਜਿਸ ਕੈ ਮਨ ਲਾਗੀ, ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ, ਜਿਹਦੇ ਮਨ ਵਿੱਚ ਪ੍ਰੇਮਾ ਭਗਤੀ ਦਾ ਜਾਗ ਲੱਗ ਗਿਆ, ਜਿਹਦੇ ਮਨ ਵਿੱਚ ਪ੍ਰੇਮਾ ਭਗਤੀ ਦਾ ਰੰਗ ਲੱਗ ਗਿਆ। ਗੁਣ ਗਾਵੇ ਅਨ ਦਿਨ ਨਿਤ ਜਾਗੀ, ਉਹਦੀ ਸੁਰਤ ਜਾਗ ਜਾਂਦੀ ਹੈ, ਉਹਦਾ ਮਨ ਅੰਦਰ ਜਾਗ ਜਾਂਦਾ ਹੈ। ਔਰ ਜਿਹਦੇ ਅੰਦਰ ਸੁਰਤ ਜਾਗ ਗਈ, ਮਨ ਜਾਗ ਗਿਆ, ਫਿਰ ਉਹ ਦਿਨ ਰਾਤ ਗੁਣ ਗਾਉਂਦੇ ਨੇ। ਦਿਨ ਰਾਤ ਦਾ ਮਤਲਬ 24 ਦੇ 24 ਘੰਟੇ ਅੰਦਰੋਂ ਗੁਣ ਉਹ ਗਾਉਂਦੇ ਰਹਿੰਦੇ ਆ। ਪਰ ਆਪਾਂ ਸੰਸਾਰੀ ਲੋਕ ਆ, ਇਹ ਭਗਤਾਂ ਦੀ ਜਿਹਦੇ ਅੰਦਰ ਪ੍ਰੇਮਾ ਭਗਤੀ ਦਾ ਜਾਗ ਲੱਗਾ। ਨਹੀਂ ਤੇ ਬੰਦਾ ਕਹਿੰਦਾ ਵੀ ਮੈਂ ਇੰਨੇ ਘੰਟੇ ਤਾਂ ਆਪਣਾ ਕੰਮ ਕਾਜ ਕਰਦਾ, ਇੰਨੇ ਸਮੇਂ 'ਚ ਤਾਂ ਮੈਂ ਪਰਿਵਾਰ ਵਿੱਚ ਰਹਿਣਾ, ਇੰਨੇ ਘੰਟੇ ਮੈਂ ਆਰਾਮ ਕਰਦਾ, ਸੌਂ ਜਾਣਾ, ਤੇ 24 ਘੰਟੇ ਗੁਣ ਕਿਵੇਂ ਗਾਵਾਂ। ਇਹ ਵੀ ਇੱਕ ਦਿਨ ਖੁਲਾਸਾ ਕੀਤਾ ਸੀ ਕਿ ਸਰੀਰ ਨੇ ਗੁਣ ਨਹੀਂ ਗਾਉਣੇ, ਗੁਣ ਗਾਉਣੇ ਆ ਮਨ ਨੇ। ਤੇ ਜੇ ਸਰੀਰ ਸੁੱਤਾ ਵੀ ਪਿਆ ਹੋਏਗਾ ਨਾ, ਤੇ ਗੁਣ ਤਾਂ ਮਨ ਨੇ ਗਾਉਣੇ ਆ। ਹੁਣ ਤੁਸੀਂ ਆਖੋ ਵੀ ਸਰੀਰ ਕਰਕੇ ਜਦੋਂ ਸੌਂ ਜਾਂਦੇ ਆ, ਕੀ ਪਤਾ ਲੱਗਦਾ ਕਿੱਥੇ ਪਏ ਆ, ਪਰ ਸੁਪਨੇ ਦਾ ਤੇ ਪਤਾ ਲੱਗ ਜਾਂਦਾ ਨਾ ਵੀ ਰਾਤ ਸੁਪਨਾ ਆਇਆ ਸੀ, ਉਹ ਤੇ ਪਤਾ ਲੱਗ ਜਾਂਦਾ ਨਾ। ਸਰੀਰ ਗੂੜੀ ਨੀਂਦ ਸੁੱਤਾ ਪਿਆ, ਤੇ ਸਵੇਰੇ ਉੱਠਦਿਆਂ ਤੁਸੀਂ ਪਹਿਲਾਂ ਹੀ ਇਹ ਕਹਿੰਦੇ ਹੋ ਅੱਜ ਮੈਨੂੰ ਰਾਤ ਆਹ ਸੁਪਨਾ ਆਇਆ, ਤੇ ਜਿਹੜਾ ਆਇਆ ਉਹ ਕਿਹਨੇ ਦੱਸਿਆ, ਉਹ ਅੰਦਰ ਖਬਰ ਕਿਹਨੇ ਦਿੱਤੀ ਤੁਹਾਨੂੰ? ਤੁਸੀਂ ਤਾਂ ਸੁੱਤੇ ਪਏ ਸੀ। ਕੋਈ ਨਾ ਕੋਈ ਤਾਂ ਹੈ ਜਿਹੜਾ ਅੰਦਰ ਜਾਗਦਾ ਹੈ, ਜਿਹੜਾ ਤੁਹਾਨੂੰ ਇਹ ਗੱਲ ਚੇਤੇ ਕਰਵਾ ਰਿਹਾ ਹੈ। ਇਸ ਲਈ ਸਭ ਕਹਿੰਦੇ ਆ ਵੀ ਮਨ ਜਿਨ੍ਹਾਂ ਦਾ ਜਾਗ ਗਿਆ, ਸੁਰਤ ਜਿਨ੍ਹਾਂ ਦੀ ਜਾਗ ਗਈ, ਸਰੀਰ ਭਾਵੇਂ ਸੁੱਤਾ ਪਿਆ ਹੋਵੇ ਪਰ ਅੰਦਰ ਉਹਨਾਂ ਦੇ ਵਾਹਿਗੁਰੂ ਦੇ ਗੁਣ ਚੱਲਦੇ ਰਹਿੰਦੇ ਆ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਉਹ ਦਿਨ ਰਾਤ ਅੰਦਰ ਗੁਣ ਉਹਨਾਂ ਦੇ ਚੱਲਦੇ ਰਹਿੰਦੇ ਆ। ਸਾਹਿਬ ਜੀ ਕਹਿੰਦੇ ਕਿਹਨਾਂ ਦੇ? ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਜਿਹਦੇ ਮਨ ਵਿੱਚ ਪ੍ਰੇਮਾ ਭਗਤੀ ਦਾ ਜਾਗ ਲੱਗ ਗਿਆ, ਉਹ ਦਿਨ ਰਾਤ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ। ਬਾਹਾਂ ਪਕੜ ਤਿਸ ਸੁਆਮੀ ਮਿਲੈ, ਜਿਸ ਕੈ ਮਸਤਕ ਲਹਿਣਾ, ਮਸਤਕ ਦੇ ਉੱਪਰ ਜਿਹਨੇ ਗੁਣ ਗਾਏ, ਉਸ ਗੁਣਾਂ ਦੀ ਚਮਕ ਜਿਹਦੇ ਮਸਤਕ ਤੇ ਆ ਗਈ ਹੈ। ਮਹਾਰਾਜ ਕਹਿੰਦੇ ਫਿਰ ਸੁਆਮੀ ਨੇ ਉਹਨੂੰ ਬਾਹਾਂ ਪਕੜ ਕੇ ਇਸ ਝੂਠੇ ਸੰਸਾਰ ਚੋਂ ਕੱਢ ਲਿਆ। ਜਿਹਨੇ ਜੀਵਨ ਜੁਗਤ ਸਿੱਖ ਲਈ ਨਾ ਵੀ ਜੀਵਣਾ ਕਿਵੇਂ ਹੈ, ਜਿਹਨੇ ਇਹ ਜੁਗਤੀ ਸਿੱਖ ਲਈ, ਮਹਾਰਾਜ ਨੇ ਬਾਹ ਪਕੜ ਕੇ ਉਹਨੂੰ ਜੀਵਨ ਮੁਕਤ ਕਰ ਦਿੱਤਾ। ਉਹ ਜੀਵਨ ਮੁਕਤ ਹੋ ਗਿਆ। ਇਸ ਲਈ ਸਭ ਕਹਿੰਦੇ ਬਾਹਾਂ ਪਕੜ ਕੇ ਤਿਸ ਸੁਆਮੀ ਮਿਲੈ, ਉਸ ਮਾਲਕ ਸੁਆਮੀ ਨੇ ਮਿਲਾ ਲਿਆ। ਕਿਹਨਾਂ ਨੂੰ? ਜਿਸ ਕੈ ਮਸਤਕ ਲਹਿਣਾ, ਜਿਹਦੇ ਮਸਤਕ ਦੇ ਭਾਗ ਜਾਗੇ ਨੇ। ਤੇ ਜਦੋਂ ਗੱਲ ਮਸਤਕ ਦੇ ਭਾਗ ਦੀ ਆਵੇ, ਉਦੋਂ ਵੀ ਬੇਨਤੀ ਕਰੀਦੀ ਹੈ ਕਿ ਘਰ ਬੈਠਿਆਂ ਮਸਤਕ ਦੇ ਭਾਗ ਨਹੀਂ ਜੇ ਜਾਗਣੇ। ਸਾਨੂੰ ਗੁਰੂ ਸਾਹਿਬ ਦੇ ਦਰ ਤੇ ਆਉਣਾ ਪਏਗਾ, ਸੰਗਤ ਕਰਨੀ ਪਏਗੀ। ਸਾਨੂੰ ਸੰਗਤ ਵਿੱਚ ਆ ਕੇ ਬੇਨਤੀ ਕਰਨੀ ਪਏਗੀ, ਤਾਂ ਮਸਤਕ ਦੇ ਭਾਗ ਜਾਗਣੇ ਆ। ਤੇ ਜਿਹਦੇ ਜਾਗੇ, ਮਾਲਕ ਨੇ ਬਾਹ ਪਕੜ ਕੇ ਉਹਨੂੰ ਜੀਵਨ ਮੁਕਤ ਕਰ ਦਿੱਤਾ। ਉਹ ਫਿਰ ਜੀਵਦਿਆਂ ਜੀ ਹੀ ਵਿਕਾਰਾਂ ਦੀ ਮੱਲ ਤੋਂ ਮੁਕਤ ਹੋ ਜਾਂਦਾ ਹੈ। ਚਰਨ ਕਮਲ ਭਗਤਾ ਮਨ ਉਠੇ,
ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਂਛੈ ਨਾਮ ਸੱਚੇ ਕਾ ਗਹਿਣਾ। ਚਰਨ ਕਮਲ ਵਾਹਿਗੁਰੂ ਜੀ ਦੇ ਜਿਹੜੇ ਪਾਕ ਪਵਿੱਤਰ ਚਰਨ ਭਾਵ ਨਾਮ ਭਗਤਾਂ ਮਨ ਉੱਠੇ, ਭਗਤਾਂ ਦੇ ਮਨ ਵਿੱਚ ਵਸਦਾ ਹੈ। ਜਿਹੜਾ ਪਰਮੇਸ਼ਵਰ ਦਾ ਚਰਨ ਰੂਪੀ ਕਮਲ ਰੂਪੀ ਨਾਮ ਹੈ, ਉਹ ਜਿਨ੍ਹਾਂ ਭਗਤਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ, ਉਹ ਤਾਂ ਦਿਨ ਰਾਤ ਗੁਰਮੁਖਾਂ ਦੀ ਧੂੜੀ ਮੰਗਦੇ ਆ। ਪਰ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਵਸਿਆ, ਵਾਹਿਗੁਰੂ ਦੇ ਚਰਨ ਨਹੀਂ ਵਸੇ, ਵਿਣ ਪਰਮੇਸ਼ਰ ਸਗਲੇ ਮੁੱਠੇ, ਮੁੱਠੇ ਮੈਨੇ ਸਾਰੇ ਵਿਕਾਰਾਂ ਦੇ ਹੱਥੋਂ ਠੱਗੇ ਗਏ, ਸਾਰੇ ਹੀ ਮਾਇਆ ਦੇ ਹੱਥੋਂ ਲੁੱਟੇ ਗਏ। ਮਾਇਆ ਭਾਵ ਰਜਗੁਣ ਤਮਗੁਣ ਸਤਗੁਣ, ਉਹ ਤ੍ਰੈ ਗੁਣੀ ਮਾਇਆ ਦੇ ਹੱਥੋਂ ਲੁੱਟੇ ਗਏ। ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਨਾਮ ਵਸ ਗਿਆ, ਵਾਹਿਗੁਰੂ ਦੇ ਚਰਨ ਵਸ ਗਏ, ਨਾ ਉਹ ਮਰੈ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਹਦੇ ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਨਾ ਜ਼ਮੀਰ ਮਰਦੀ ਆ, ਨਾ ਲੁੱਟੇ ਜਾਂਦੇ ਆ ਉਹ। ਤੇ ਜਿਨ੍ਹਾਂ ਨੂੰ ਪਰਮੇਸ਼ਵਰ ਭੁੱਲ ਗਿਆ, ਉਹ ਬਾਹਰੋਂ ਵੀ ਲੁੱਟੇ ਗਏ, ਅੰਦਰੋਂ ਵੀ ਲੁੱਟੇ ਗਏ। ਉਹ ਬਾਹਰੋਂ ਵੀ ਠੱਗੇ ਗਏ, ਅੰਦਰੋਂ ਵੀ ਠੱਗੇ ਗਏ। ਤੇ ਜਿਹੜੇ ਬਾਹਰੋਂ ਅੰਦਰੋਂ ਲੁੱਟੇ ਗਏ, ਉਹ ਲੋਕ ਗਇਓ ਪਰਲੋਕ ਗਵਾਇਓ, ਉਹਨਾਂ ਲੋਕ ਵੀ ਗਵਾ ਲਿਆ, ਪਰਲੋਕ ਵੀ ਗਵਾ ਲਿਆ। ਤੇ ਜਿਨ੍ਹਾਂ ਦੇ ਅੰਦਰ ਨਾਮ ਦੀ ਰਹਿਮਤ ਵਰਤ ਗਈ ਹੈ, ਸਭ ਕਹਿੰਦੇ ਨਾ ਉਹ ਮਰੇ ਨਾ ਠਾਗਿਆ ਜਾਏ, ਉਹ ਫਿਰ ਲੋਕ ਸੁਖੀਏ ਪਰਲੋਕ ਸੋਇਲਾ। ਉਹਨਾਂ ਦਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੁੰਦਾ ਹੈ। ਇਸ ਲਈ ਸਭ ਕਹਿੰਦੇ ਚਰਨ ਕਮਲ, ਕਮਲ ਵਰਗੇ ਪਵਿੱਤਰ ਚਰਨ ਭਾਵ ਨਾਮ ਭਗਤਾਂ ਮਨ ਉੱਠੇ, ਉਹਨਾਂ ਦੇ ਮਨ 'ਚ ਵਸਿਆ ਹੈ। ਪਰ ਜਿਹੜੇ ਪਰਮੇਸ਼ਰ ਤੋਂ ਬਿਨਾਂ ਮਨਮੁਖ ਨੇ, ਉਹ ਸਾਰੇ ਦੇ ਸਾਰੇ ਹੀ ਠੱਗੇ ਗਏ। ਪਰ ਗੁਰਮੁਖ ਦੀ ਅਵਸਥਾ ਕੀ ਹੈ? ਸੰਤ ਜਨਾਂ ਕੀ ਧੂੜ ਨਿਤ ਬਾਂਛੈ, ਬਾਂਛੈ ਮੈਨੇ ਮੰਗਦੇ ਹਨ। ਨਾਮ ਸੱਚੇ ਕਾ ਗਹਿਣਾ, ਮਾਲਕ ਜੀ ਆ ਸੱਚੇ ਨਾਮ ਦਾ ਗਹਿਣਾ ਮੇਰੇ ਨਾਲ ਹਰ ਵੇਲੇ ਜੁੜਿਆ ਰਵੇ। ਸੱਚੇ ਨਾਮ ਦੇ ਗਹਿਣੇ ਦਾ ਸ਼ਿੰਗਾਰ ਮੈਂ ਹਰ ਵੇਲੇ ਕਰਕੇ ਰੱਖਾਂ। ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਦੇ ਦਿਓ। ਇਹ ਵੀ ਮੰਗ ਅਸੀਂ ਮੰਗਣੀ ਸੀ ਰੋਜ਼, ਪਰ ਅਸੀਂ ਝੂਠੀਆਂ ਮੰਗਾਂ। ਪਰ ਮੁਬਾਰਕ ਹੈ ਜਿਹੜੇ ਰੋਜ਼ ਮੰਗ ਕੇ ਇਹ ਦਾਤਾਂ ਜਾਂਦੇ ਆ। ਪਰ ਜਿਹੜੇ ਝੂਠੀਆਂ ਮੰਗਾਂ ਮੰਗ ਕੇ ਜਾਂਦੇ, ਮਾਲਕ ਜੀ ਕਹਿੰਦੇ ਤੂੰ ਆ ਮੰਗ ਰੋਜ਼ ਮੰਗਿਆ ਕਰ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੁਣ ਜਿਹੜਾ ਰੋਜ਼ ਸੋਹਲੇ ਦੀ ਬਾਣੀ ਦਾ ਪਾਠ ਕਰੇਗਾ, ਉਹ ਰੋਜ਼ ਇਹ ਮੰਗ ਮੰਗੇਗਾ। ਤੇ ਜਿਹੜਾ ਗੁਰਬਾਣੀ ਦਾ ਪਾਠ ਕਰੇਗਾ ਹੀ ਨਹੀਂ, ਉਹ ਮੰਗੇਗਾ ਕਿੱਥੋਂ? ਜੇ ਅਸੀਂ ਗੁਰਬਾਣੀ ਦਾ ਪਾਠ ਨਿਤ ਕਰਾਂਗੇ ਤੇ ਨਿਤ ਇਹ ਮੰਗਾਂ ਮੰਗਣ ਦੀ ਜਾਚ ਆ ਜਾਏਗੀ। ਇਸ ਲਈ ਸਾਨੂੰ ਆਖਿਆ ਵੀ ਨਿਤ ਦੇ ਨੇਮ ਵਿੱਚ ਤੁਸੀਂ ਜਿੱਥੇ ਅੰਮ੍ਰਿਤ ਬਾਣੀਆਂ ਦਾ ਪਾਠ ਕਰਨਾ, ਉੱਥੇ ਸੋਹਲੇ ਦੀ ਬਾਣੀ ਦਾ ਪਾਠ ਵੀ ਜ਼ਰੂਰ ਕਰਿਓ, ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਅਸੀਂ ਅਸੀਸਾਂ ਕਿਹੜੀਆਂ ਲੈਣੀਆਂ ਨੇ ਔਰ ਅਸੀਂ ਮੰਗ ਕਿਹੜੀ ਮੰਗਣੀ ਹੈ। ਦੇਹ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸਭ ਕਹਿੰਦੇ ਤੈਨੂੰ ਸੱਚ ਤੇ ਝੂਠ ਦਾ ਫਰਕ ਵੀ ਪਤਾ ਲੱਗ ਜਾਏ ਕਿ ਜਿਹੜਾ ਇਸ ਦੁਨੀਆ ਵਿੱਚ ਸੱਦਾ ਆ ਰਿਹਾ ਦੁਨੀਆ ਤੋਂ ਜਾਣ ਦਾ, ਇਹ ਹਰ ਇੱਕ ਘਰ ਵਾਸਤੇ ਹੈ, ਕਿਤੇ ਇੱਕ ਦੋ ਜਾਣਿਆਂ ਵਾਸਤੇ ਨਹੀਂ ਹੈ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਤੂੰ ਕੀ ਕਰਨਾ ਹੈ? ਸੱਦਣਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਤੂੰ ਸੱਦਣਹਾਰੇ ਨੂੰ ਸਿਮਰਨਾ ਹੈ। ਇਸ ਲਈ ਮਹਾਰਾਜ ਕਹਿੰਦੇ ਜੇ ਰੋਜ਼ ਬਾਣੀ ਦਾ ਪਾਠ ਕਰੋਗੇ ਤੇ ਤੁਹਾਨੂੰ ਮੰਗਾ ਮੰਗਣ ਦੀ ਜਾਚ ਆ ਜਾਏਗੀ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਧੂੜ ਦਾ ਮਤਲਬ ਉਹਦੀ ਸੰਗਤ ਕਰਨਾ। ਸਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ
ਨਾਮ ਚਿਤ ਆਵੇ। ਮੇਲ ਦਾ ਅਰਥ ਧੂੜੀ ਹੈ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਜਿਹੜਾ ਸਵੇਰੇ ਉੱਠਦਿਆਂ ਸਾਰ ਕਵੇ ਵਾਹਿਗੁਰੂ ਤੇਰਾ ਸ਼ੁਕਰ ਹੈ, ਉੱਠਦਿਆਂ ਸਾਰ ਕਵੇ ਕਿ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਓ। ਇਹੋ ਮਹਾਰਾਜ ਕਹਿੰਦੇ ਉਹਦਾ ਸੰਯੋਗ ਮਿਲ ਜਾਏ ਤਾਂ ਤੈਨੂੰ ਵੀ ਇਹ ਮੰਗ ਮੰਗਣ ਦੀ ਜਾਚ ਆ ਜਾਏਗੀ। ਹੁਣ ਜਿਹੜਾ ਸਵੇਰੇ ਉੱਠਦਿਆਂ ਸਾਰੀ ਕਵੇ ਵੀ ਆ ਫਲਾਣੇ ਦਰਖਤ ਨੂੰ ਧਾਗਾ ਬੰਨ੍ਹ ਕੇ ਆਈਏ, ਤੇ ਫਿਰ ਜਿੱਦਾਂ ਦੀ ਸੰਗਤ ਕਰਾਂਗੇ ਰੰਗਤ ਵੀ ਉਦਾਂ ਦੀ ਆਉਣੀ ਹੈ। ਜਿਹੜਾ ਸ਼ਾਮ ਪੈਂਦਿਆਂ ਸਾਰ ਆਖੇ ਵੀ ਚੱਲ ਚਲੀਏ ਫਲਾਣੀ ਥਾਂ ਤੇ ਦੀਵਾ ਜਗਾ ਕੇ ਆਈਏ, ਫਿਰ ਜਿੱਦਾਂ ਦੀ ਸੰਗਤ ਕਰਾਂਗੇ ਰੰਗਤ ਉਦਾਂ ਦੀ ਆਉਣੀ ਹੈ। ਇਸ ਲਈ ਮਹਾਰਾਜ ਨੇ ਆਖਿਆ, ਕਹਿੰਦੇ ਨੇ ਜਿਹੜੇ ਭਗਤ ਜਨ ਹੁੰਦੇ ਹਨ ਉਹ ਦਿਨ ਰਾਤ ਇੱਕੋ ਹੀ ਮੰਗ ਮੰਗਦੇ ਨੇ ਕਿ ਤੁਹਾਡੇ ਨਾਮ ਦਾ ਗਹਿਣਾ, ਗਹਿਣਾ ਕਾਹਦੇ ਲਈ ਹੁੰਦਾ? ਸ਼ਿੰਗਾਰ ਵਾਸਤੇ। ਤੁਹਾਡੇ ਨਾਮ ਦੇ ਗਹਿਣੇ ਦਾ ਸ਼ਿੰਗਾਰ ਸਾਡੀ ਜ਼ਿੰਦਗੀ ਵਿੱਚ ਬਣਿਆ ਰਵੇ। ਸੰਤ ਜਨਾਂ ਕੀ ਧੂੜ ਨਿਤ ਬਾਂਛੈ, ਨਿਤ ਹਰ ਰੋਜ਼ ਹਰ ਸਮੇਂ। ਉਹ ਫਿਰ ਵਾਹਿਗੁਰੂ ਜੀ ਕੋਲੋਂ ਗੁਰਮੁਖ ਜਨਾਂ ਦੀ, ਰੱਬ ਜੀ ਦੇ ਪਿਆਰਿਆਂ ਦੀ ਧੂੜ ਮੰਗਦੇ ਰਹਿੰਦੇ ਆ। ਕਿਹਨਾਂ ਦੀ? ਜਿਹਨੇ ਅੰਦਰੋਂ ਰੰਗੇ ਹੋਏ ਨੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ ਸੀ ਜਿਹੜੀ ਕਰਨ ਵਾਲੀ ਸੀ। ਇਸ ਲਈ ਸਭ ਕਹਿੰਦੇ ਮਨਮੁਖ ਤਾਂ ਠੱਗਿਆ ਗਿਆ। ਮਨਮੁਖ ਨੂੰ ਤੇ ਹੋਸ਼ ਹੀ ਕੋਈ ਨਹੀਂ ਹੈ, ਉਹ ਤੇ ਮਾਇਆ ਵੀ ਨੀਂਦ ਵਿੱਚ ਸੁੱਤਾ ਪਿਆ ਹੈ। ਉਹਨੂੰ ਤੇ ਪਤਾ ਹੀ ਕੋਈ ਨਹੀਂ ਮੈਂ ਠੱਗਿਆ ਜਾ ਰਿਹਾ, ਲੁੱਟਿਆ ਜਾ ਰਿਹਾ। ਇਹ ਤੇ ਉਦਣ ਪਤਾ ਲੱਗਦਾ ਜਦੋਂ ਮਨਮੁਖ ਚੱਲੇ ਮੂਲ ਗਵਾਏ ਜੀਓ, ਉਦੋਂ ਪਛਤਾਉਂਦਾ ਹੈ ਵੀ ਜ਼ਿੰਦਗੀ ਦਾ ਸਮਾਂ ਮੇਰਾ ਮੁੱਕ ਗਿਆ, ਹੁਣ ਮੇਰੇ ਪੱਲੇ ਕੁਛ ਨਹੀਂ। ਪਰ ਗੁਰਮੁਖ ਲਾਹਾ ਲੈ ਗਏ। ਸਭ ਕਹਿੰਦੇ ਗੁਰਮੁਖ ਲੈ ਗਏ ਲਾਹਾ। ਉਤਿਆਂ ਚਰਨਾਂ ਦੀ ਧੂੜ ਮੰਗ ਕੇ ਸੱਚੇ ਨਾਮ ਦਾ ਗਹਿਣਾ ਉਹਦਾ ਸ਼ਿੰਗਾਰ ਬਣਾ ਕੇ ਉਹ ਤਾਂ ਜਨਮ ਸਵਾਰ ਗਏ। ਇਸ ਲਈ ਗੁਰੂ ਸਾਹਿਬ ਪਿਆਰਿਓ, ਅਸੀਂ ਜਿਹੜੀ ਮੰਗ ਵਾਹਿਗੁਰੂ ਜੀ ਦੇ ਘਰ ਆ ਕੇ ਮੰਗਣੀ, ਮਹਾਰਾਜ ਕਹਿੰਦੇ ਉਹ ਕਦੇ ਵੀ ਨਾ ਭੁਲਾਓ। ਇਹ ਮੰਗ ਵਾਹਿਗੁਰੂ ਜੀ ਦੇ ਦਰ ਤੇ ਆ ਕੇ ਮੰਗਦੇ ਰਹੀਏ ਤਾਂ ਕਿ ਅਸੀਂ ਵੀ ਆਪਣਾ ਜੀਵਨ ਲੇਖੇ ਲਾ ਸਕੀਏ। ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਚੌਥੇ ਪਦੇ ਵਿੱਚ ਕਿਰਪਾ ਕਰਦੇ। ਉਠਤ ਬੈਠਤ ਹਰ ਹਰ ਗਾਈਐ। ਉੱਠਦਿਆਂ ਬਹਿੰਦਿਆਂ ਹਰ ਵੇਲੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਕਿਸੇ ਨੇ ਸਵਾਲ ਕੀਤਾ ਕਿ ਜਦੋਂ ਅਸੀਂ ਨਿਤਨੇਮ ਦਾ ਗੁਟਕਾ ਸਾਹਿਬ ਲੈ ਕੇ ਪਾਠ ਕਰਦੇ ਹਾਂ ਜਾਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ, ਗੱਲ ਸਮਝਣ ਦੀ ਹੈ ਤੇ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਪਾਠ ਕਰਨਾ ਕਈ ਵਾਰੀ ਇੰਨਾ ਔਖਾ ਹੋ ਜਾਂਦਾ ਹੈ ਕਿ ਅੱਖਾਂ ਖੁੱਲ੍ਹਦੀਆਂ ਹੀ ਨਹੀਂ। ਇੰਨਾ ਔਖਾ ਹੋ ਜਾਂਦਾ ਹੈ ਕਿ ਅਸੀਂ ਉੱਠ ਕੇ ਖਲੋ ਕੇ ਤੁਰਦੇ ਫਿਰਦੇ ਕਰ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਹਰਜ਼ ਤਾਂ ਨਹੀਂ। ਫਿਰ ਉੱਥੇ ਇਹੀ ਜਵਾਬ ਸੀ ਕਿ ਅਸੀਂ ਤੇ ਨਿਤਨੇਮ ਨਾਲ ਜੁੜਨਾ ਹੈ, ਅਸੀਂ ਤੇ ਗੁਰਬਾਣੀ ਦੇ ਪਾਠ ਨਾਲ ਜੁੜਨਾ ਹੈ। ਤੇ ਜੇ ਸਾਨੂੰ ਬੈਠ ਕੇ ਉਹ ਲਾਹਾ ਨਹੀਂ ਮਿਲ ਰਿਹਾ, ਖਲੋ ਕੇ ਜੇ ਆਪਾਂ ਸੁਚੇਤ ਹੋ ਜਾਂਦੇ ਹਾਂ ਤੇ ਕੋਈ ਹਰਜ਼ ਨਹੀਂ ਹੈ, ਕੋਈ ਹਰਜ਼ ਨਹੀਂ। ਗੁਟਕਾ ਸਾਹਿਬ ਰੱਖਣ ਨਾਲੋਂ ਜੇ ਖਲੋ ਕੇ ਪਾਠ ਕਰ ਲਓ ਤੇ ਕੋਈ ਹਰਜ਼ ਨਹੀਂ ਹੈ। ਪਰ ਸਾਨੂੰ ਡਰਾਇਆ ਹੀ ਇੰਨਾ ਗਿਆ ਕਿ ਤੁਸੀਂ ਤਾਂ ਇੱਕ ਥਾਂ ਤੇ ਬੈਠ ਕੇ ਹੀ ਪਾਠ ਕਰਨਾ ਹੈ, ਤੁਰਦਿਆਂ ਫਿਰਦਿਆਂ ਨਹੀਂ। ਤੇ ਮਹਾਰਾਜ ਕਹਿੰਦੇ ਉਠਤ ਬੈਠਤ ਹਰ ਹਰ ਗਾਈਐ। ਮਹਾਰਾਜ ਤਾਂ ਕਹਿੰਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੇਰੇ ਮਨ ਅੰਦਰ ਉਹਦਾ ਸਿਮਰਨ ਚੱਲਦਾ ਰਹਿਣਾ ਚਾਹੀਦਾ ਹੈ। ਇਸ ਲਈ ਮਹਾਰਾਜ ਕਹਿੰਦੇ
ਇਸ ਜਿਹੜੇ ਮਨ 'ਚ ਸਾਡੇ ਡਰ ਹੈ, ਇਹੀ ਨਹੀਂ ਸਾਨੂੰ ਨਿਤਨੇਮ ਨਾਲ ਜੁੜਨ ਦਿੰਦੇ। ਕਈ ਪ੍ਰਕਾਰ ਦੇ ਡਰ, ਜਿਹੜਾ ਡਰ ਰੱਖਣਾ ਉਹ ਰੱਖਦੇ ਨਹੀਂ, ਜਿਹੜਾ ਨਹੀਂ ਰੱਖਣਾ ਉਹ ਅਸੀਂ ਡਰ ਪਾਲੀ ਬੈਠੇ ਹਾਂ। ਗੁਰਬਾਣੀ ਦਾ ਸਤਿਕਾਰ ਰੱਖੋ, ਗੁਰਬਾਣੀ ਦਾ ਭੈ ਰੱਖੋ ਮਨ ਵਿੱਚ, ਗੁਰੂ ਸਾਹਿਬ ਜੀ ਦਾ ਭੈ ਮਨ ਵਿੱਚ ਰੱਖੋ, ਵਾਹਿਗੁਰੂ ਦਾ ਭੈ ਮਨ 'ਚ ਰੱਖੋ। ਉਹ ਭੈ ਰੱਖਣਾ ਨਹੀਂ, ਹੋਰ ਭੈ ਡਰ ਮਨ 'ਚ ਬਣਾ ਕੇ ਬੈਠੇ ਹਾਂ। ਇਸ ਲਈ ਸਾਹਿਬ ਕਹਿੰਦੇ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝ ਹੈ ਚਿਤਾਰੇ। ਮਨ ਨੇ ਗੁਰਬਾਣੀ ਦਾ ਲਾਹਾ ਲੈਣਾ। ਜੇ ਤਨ ਆਲਸ ਕਰਦਾ, ਤਨ ਨਹੀਂ ਜੁੜਨ ਦਿੰਦਾ, ਤੇ ਜਿੱਦਾਂ ਸਾਨੂੰ ਸੁਖਾਲਾ ਲੱਗਦਾ। ਗੁਰੂ ਸਾਹਿਬ ਕਿਰਪਾ ਕਰਨ। ਊਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਹਿ ਚਲ ਪਾਈਐ। ਤੁਹਾਨੂੰ ਤੁਹਾਡਾ ਵਰ ਮਿਲ ਜਾਏਗਾ। ਸਾਡਾ ਵਰ ਕਿਹੜਾ ਹੈ? ਹੁਣ ਬਾਹਰੋਂ ਤੇ ਆਪਾਂ ਮੇਲ ਫੀਮੇਲ ਆ, ਪੁਰਸ਼ ਇਸਤਰੀ ਦੇ ਰੂਪ 'ਚ ਆ। ਬਾਹਰੋਂ ਤੇ ਸਾਡੀਆਂ ਧੀਆਂ ਵਾਸਤੇ ਸੋਹਣੇ ਵਰ ਆਪਾਂ ਲੱਭਦੇ ਹਾਂ, ਪਰ ਕਈ ਵਾਰੀ ਉਹ ਚੰਗੇ ਵੀ ਨਹੀਂ ਨਿਕਲਦੇ। ਕਈ ਵਾਰ ਉਹ ਸੁਹਾਗਣ ਨੂੰ, ਕਈ ਵਾਰੀ ਸੁਹਾਗ ਵਿਛੋੜਾ ਪਾ ਜਾਂਦਾ ਹੈ, ਦੁਨੀਆ ਤੋਂ ਤੁਰ ਜਾਂਦਾ ਹੈ, ਉਹਨੂੰ ਫਿਰ ਆਪਣਾ ਜੀਵਨ ਇਕੱਲਿਆਂ ਜੀਣਾ ਪੈਂਦਾ ਹੈ। ਪਰ ਜੇ ਸਾਨੂੰ ਆਹ ਵਰ ਮਿਲ ਜਾਏ ਨਾ, ਤੇ ਕਦੇ ਵੀ ਸਾਡੇ ਨਾਮ ਨਾਲੋਂ ਸੁਹਾਗਣ ਸ਼ਬਦ ਨਹੀਂ ਖਤਮ ਹੋਏਗਾ। ਇਹ ਸਦਾ ਸੁਹਾਗਣ ਬਣ ਜਾਾਂਗੇ। ਸਾਡਾ ਵਰ ਪਰਮੇਸ਼ਵਰ ਹੈ, ਜਿਹੜਾ ਵਰ ਅਸੀਂ ਪਾਉਣ ਲਈ ਇਸ ਜਨਮ ਵਿੱਚ ਆਏ ਹਾਂ। ਸਾਹਿਬ ਕਹਿੰਦੇ ਉਹ ਕਦੋਂ ਮਿਲੇਗਾ ਸੋਹਣਾ ਵਰ? ਜਿਹੜਾ ਨਾ ਜੰਮਦਾ, ਨਾ ਮਰਦਾ, ਨਾ ਆਉਂਦਾ, ਨਾ ਜਾਂਦਾ ਹੈ, ਜਿਹੜਾ ਸਦੀਵੀ ਹੈ। ਉਹ ਵਰ ਕਦੋਂ ਮਿਲੇਗਾ? ਊਠਤ ਬੈਠਤ ਹਰ ਹਰ ਗਾਈਐ। ਜਦੋਂ ਉੱਠਦਿਆਂ ਬਹਿੰਦਿਆਂ ਉਹਦੇ ਗੁਣ ਗਾਓਗੇ। ਜਿਸ ਸਿਮਰਤ, ਜਿਹਦਾ ਸਿਮਰਨ ਕਰੋਗੇ, ਵਰ ਨਿਹਚਲ ਪਾਈਐ, ਫਿਰ ਤੁਹਾਨੂੰ ਉਹ ਸੋਹਣਾ ਵਰ, ਪਰਮੇਸ਼ਵਰ ਰੂਪੀ ਵਰ ਮਿਲ ਜਾਏਗਾ। ਫਿਰ ਅੰਦਰ ਖੁਸ਼ੀਆਂ ਨਾਲ ਜੀਵਨ ਭਰ ਜਾਏਗਾ। ਕਬੀਰ ਜੀ ਕਹਿੰਦੇ ਗਾਓ ਗਾਓ ਰੇ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਉਹ ਆ ਗ੍ਰਹਿ ਹੈ, ਮੇਰੇ ਘਰ ਵਿੱਚ ਮੇਰਾ ਪਿਆਰਾ ਵਰ ਆ ਗਿਆ। ਤੇ ਮੇਰੀਆਂ ਸਹੇਲੀਆਂ ਰਲ ਕੇ ਗਾਓ, ਸੋਹਣੇ ਗੀਤ ਗਾਓ। ਸਹੇਲੀਆਂ ਕਿਹੜੀਆਂ ਸੀ? ਕਰਮ ਇੰਦਰੇ ਤੇ ਗਿਆਨ ਇੰਦਰੇ, ਸੁਰਤ ਮਤ ਮਨ ਬੁੱਧ, ਇਹਨਾਂ ਸਾਰਿਆਂ ਨੇ ਗਾਉਣਾ ਸੀ ਅੰਦਰੋਂ ਖੁਸ਼ੀ ਨਾਲ, ਕਿਉਂਕਿ ਮੇਰਾ ਪਿਆਰਾ ਵਰ ਮੈਨੂੰ ਮਿਲ ਗਿਆ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਆ, ਤੁਸੀਂ ਉੱਠਦਿਆਂ ਬਹਿੰਦਿਆਂ ਗਾਇਆ ਕਰੋ, ਉਹਨੂੰ ਸਿਮਰਦੇ ਰਿਹਾ ਕਰੋ। ਨਾਨਕ ਕੋ ਪ੍ਰਭ ਹੋਏ ਦਇਆਲਾ। ਨਾਨਕ ਜੀ ਕਹਿੰਦੇ ਆ ਵੀ ਪ੍ਰਭੂ ਜੀ ਸਾਡੇ ਤੇ ਦਇਆਲ ਹੋ ਕੇ ਆਪਣੀ ਦਇਆ ਕਰ ਦਿਓ। ਸਾਨੂੰ ਉੱਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ ਤੁਹਾਡਾ ਨਾਮ ਸਿਮਰਨਾ ਆ ਜਾਏ, ਤੁਹਾਡੇ ਗੁਣ ਗਾਉਣੇ ਆ ਜਾਣ। ਕਿਉਂ? ਤੇਰਾ ਕੀਤਾ ਸਹਿਣਾ, ਜੋ ਤੁਹਾਡਾ ਹੁਕਮ ਹੈ ਉਹ ਸਾਨੂੰ ਸਹਿਣਾ ਆ ਜਾਏ। ਹੁਣ ਜਿਹੜੇ ਮਾਇਆਵੀ ਖੇਡਾਂ ਵਿੱਚ ਖੇਡਦੇ ਆ, ਧਿਆਨ ਰੱਖਿਓ, ਕਰੋੜਾਂ ਅਰਬਾਂ ਖਰਬਾਂ ਦੇ ਮਾਲਕ ਨੇ। ਉਹ ਵੀ ਮਾਲਕ ਦਾ ਹੁਕਮ ਜਿਹੜਾ ਹੈ ਉਹ ਮੰਨਣ ਤੋਂ ਡੋਲ ਜਾਂਦੇ ਨੇ। ਵੱਡੇ ਵੱਡੇ ਜੋ ਦੀਸੈਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਉਹ ਵੀ ਡੋਲੇ ਪਏ ਆ, ਡਗਮਗਾਏ ਪਏ ਆ। ਉਹਨਾਂ ਕੋਲ ਸੰਭਲਣ ਵਾਸਤੇ ਤਾਕਤ ਹੀ ਕੋਈ ਨਹੀਂ। ਤੇ ਕਰੋੜਾਂ ਅਰਬਾਂ ਖਰਬਾਂ ਦੇ ਲੋਕ ਵੀ ਅਕਸਰ ਡੋਲਦੇ ਵੇਖੇ ਆ। ਪਰ ਸਾਹਿਬ ਕਹਿੰਦੇ ਜਿਹਨੂੰ ਉਹਦਾ ਹੁਕਮ ਮੰਨਣਾ ਆ ਗਿਆ, ਜਿਹਨੂੰ ਉਹਦੇ ਨਾਮ ਦੀ ਰੰਗਤ ਮਿਲ ਗਈ, ਉਹ ਤਾਂ ਆਰਿਆਂ ਦੇ ਦੰਦੇ ਹੇਠ ਵੀ ਨਹੀਂ ਡੋਲਿਆ, ਉਹ ਤਾਂ ਬੱਚਿਆਂ ਦੇ ਟੁਕੜੇ ਕਰਾ ਕੇ ਵੀ ਨਹੀਂ ਡੋਲਿਆ, ਉਹ ਤੇ ਜੰਗਲ ਵਿੱਚ ਰਹਿ ਕੇ ਘਾਹ ਪੱਤੇ ਖਾ ਕੇ ਵੀ ਨਹੀਂ ਡੋਲਿਆ। ਕੌਣ? ਜਿਹਦੇ ਉੱਤੇ ਮੇਰੇ ਮਾਲਕ ਨੇ ਆਪਣੀ ਦਇਆ ਕਰ ਦਿੱਤੀ, ਤਰੁੱਠ ਗਏ ਜਿਹਦੇ ਉੱਤੇ। ਤੇ ਜਿਹੜਾ ਅਰਬਾਂ ਖਰਬਾਂ ਦਾ ਮਹਿਲਾਂ ਵਿੱਚ ਬੈਠਾ ਸੀ, ਉਹਨੂੰ ਤੇ ਮਾੜੀ ਜੀ ਖਰੋਚ ਨਹੀਂ ਆਈ ਤਾਂ ਵੀ ਡੋਲ ਗਿਆ, ਤਾਂ ਵੀ ਉਹ ਘਬਰਾਉਂਦਾ ਹੈ, ਤਾਂ ਵੀ ਦਿਨ ਰਾਤ ਚਿੰਤਾ ਵਿੱਚ ਲੰਘਦੀ ਹੈ। ਪਰ ਜਿਹਦੇ ਉੱਤੇ ਮੇਰੇ ਮਾਲਕ ਜੀ ਤਰੁੱਠ ਪਏ, ਉਹ ਤਾਂ ਜ਼ਮੀਨ ਤੇ ਸੁੱਤਾ ਪਿਆ ਵੀ ਆਨੰਦ ਵਿੱਚ ਹੈ। ਉਹ ਤਾਂ ਜੰਗਲਾਂ ਦੇ ਵਿੱਚ ਘਾਹ ਬੂਟੇ ਖਾ ਕੇ ਵੀ ਆਨੰਦ ਵਿੱਚ ਡੋਲਦਾ ਨਹੀਂ ਹੈ। ਇਸ ਲਈ ਅਸੀਂ ਕੀ ਕਰਨਾ ਹੈ? ਅਸੀਂ ਇਹ ਝੂਠੀਆਂ ਮੰਗਾਂ ਮੰਗਣ ਦੀ ਬਜਾਏ ਜਿਹੜੀ ਮੰਗ ਮੰਗਣ ਲਈ ਅਸੀਂ ਆਏ ਹਾਂ, ਉਹ ਮੰਗ ਮੰਗ ਕੇ ਜਾਵਾਂਗੇ। ਇਹਦੇ ਪਿੱਛੇ ਸਾਰੀਆਂ ਹੀ ਖੁਸ਼ੀਆਂ ਆ ਜਾਣੀਆਂ, ਇਹਦੇ ਪਿੱਛੇ ਸਾਰੇ ਹੀ ਸੁੱਖ ਆ ਜਾਣੇ ਆ। ਅਸੀਂ ਉਹ ਸੁੱਖ ਮੰਗ ਰਹੇ ਹਾਂ ਜਿਹੜਾ ਦੁੱਖ ਵਿੱਚ ਬਦਲ ਜਾਂਦਾ ਹੈ।
ਅਸੀਂ ਉਹ ਲਾਭ ਮੰਗ ਰਹੇ ਹਾਂ ਜਿਹੜਾ ਘਾਟੇ ਵਿੱਚ ਬਦਲ ਜਾਂਦਾ ਹੈ। ਸਾਹਿਬ ਕਹਿੰਦੇ ਤੂੰ ਉਹ ਲਾਹਾ ਮੰਗ ਜਿਹਦੇ ਵਿੱਚ ਬਰਕਤ ਪੈਂਦੀ ਹੈ, ਟੋਟ ਨਹੀਂ ਆਉਂਦੀ। ਉਹ ਸੁੱਖ ਮੰਗ ਜਿਹੜਾ ਕਦੇ ਦੁੱਖ ਵਿੱਚ ਨਹੀਂ ਬਦਲਦਾ। ਇਸ ਲਈ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰੀਏ ਕਿ ਮਾਲਕ ਜੀ ਤੁਹਾਡਾ ਹੁਕਮ ਮੰਨਣਾ ਆ ਜਾਏ। ਭਾਵੇਂ ਸਾਨੂੰ ਦੁੱਖ ਆਵੇ ਸੁੱਖ ਆਵੇ, ਅਸੀਂ ਕਦੇ ਘਬਰਾਈਏ ਨਾ, ਡੋਲੀਏ ਨਾ। ਉਹ ਤਾਂ ਹੀ ਹੋਏਗਾ ਜੇ ਤੁਸੀਂ ਸਾਨੂੰ ਆਪਣੇ ਰੰਗ ਵਿੱਚ ਰੰਗ ਲਓਗੇ। ਸਾਡੀ ਇਹ ਮੰਗ ਹੈ, ਵਾਹਿਗੁਰੂ ਜੀ ਕਿਰਪਾ ਕਰ ਦਿਓ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਇਹ ਅਰਦਾਸ ਵਾਹਿਗੁਰੂ ਜੀ ਦੇ ਦਰ ਤੇ ਆ ਕੇ ਮੰਗੀਏ ਤਾਂ ਕਿ ਉਠਤ ਬੈਠਤ ਹਰ ਹਰ ਗਾਈਏ। ਉੱਠਦਿਆਂ ਬਹਿੰਦਿਆਂ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ, ਨਾਮ ਦਾ ਅਭਿਆਸ ਕਰਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣ, ਨਾਮ ਬਾਣੀ ਦੇ ਰੰਗ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਨਾਨਕ ਕਉ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।